अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। आऊज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम ला युहिब्बुल्लाहुल जहरा बिस्सूइ मिनल क़ौल इल्ला मन ज़ुलिम व कान अल्लाहु समीअन अलीमा। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा कुरान दे हवाले नाल ਇਹ ਸਾਡੀ 21ਵੀਂ ਮਜਲਿਸ ਹੈ। ਇਸ ਤੋਂ ਪਹਿਲੇ 20 ਮਜਲਿਸਾਂ ਸਾਡੀਆਂ ਹੋ ਗਈਆਂ ਵਾ ਔਰ ਅਸੀਂ ਸੂਰਾ ਫਾਤਿਹਾ ਤੋਂ ਲੈ ਕੇ ਇਹਨਾਂ 20 ਮਜਲਿਸਾਂ ਦੇ ਵਿੱਚ ਸੂਰਾ ਨਿਸਾ ਦੀ ਆਇਤ ਨੰਬਰ 147 ਤੱਕ ਪੜ੍ਹਿਆ ਵਾ। ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਸੂਰਾ ਜਿਹੜੀ ਹੈ ਨਿਸਾ, ਇਹਦੀ ਆਇਤ ਨੰਬਰ 148। ਇਹ ਮੈਂ ਹੁਣ ਪੜ੍ਹੀ ਵੀ ਹੈ। ਇਥੋਂ ਅਸੀਂ ਜਿਹੜਾ ਨਾ ਅੱਜ ਇਹ ਸ਼ੁਰੂ ਕਰਨ ਲੱਗੇ ਹਾਂ। ਇਹ 6ਵੇਂ ਸਿਪਾਰੇ ਦਾ ਬਿਲਕੁਲ ਸ਼ੁਰੂ ਹੈ। ਇੱਥੇ ਬੜੀ ਇੱਕ ਸਮਝ ਲਓ ਕਿ ਅਹਿਮ बात है ਜਿਹਦੇ ਤੋਂ अल्लाह ताला आगाज फरमा रहा। फरमाया ला युहिब्बुल्लाहुल जहरा बिस्सूइ मिनल कौल। अल्लाह ताला नू ये गल बिल्कुल पसंद नहीं कि बुरी बात और वो भी शरेआम या उच्ची की जावे। जिदा साड़ी जबान दे कहते हैं ना कि उच्चा बोल अल्लाह नू पसंद नहीं। अत खुदा दा वैर हुंदा है। इदां दे अल्फाज साडे बोले जाते हैं ना। अल्लाह ताला कहता है कि काम भी बुरा ते एडे तकबर नाल आकड़ नाल शरेआम है किसे नाल जुल्म करना, ज्यादती करनी और इस तरह कि बंदा नू कोई खौफ डारी ना होवे है। यानी बंदा असल च गल है कि इंसान जिहड़ा ना अगर वो ईमान वाला है वो तो मतलब भुल के ही गलती करदा है, भुल के अल्लाह की नाफरमानी करदा। जान बुझ के तो करदा नहीं। जान बुझ के तो उदों ही करदा जदों उहदे च सरकशी आ जाती है, जदों उहदे च तकबर आ जाता, जदों उहदे विच आकड़ आ जाती, जदों वो अपने आप नू कुछ समझदा। या दूसरी वक्त है कि वक्ती तौर पर उसकी अकल मारी जाती है। ते जिस तरह असी मतलब यह कहने कि कोई कमज़ोर आदमी कोई साडा मतलब है कि जेरे दस्त कोई तुसी नौकर रखा मस्कीन जिहा, वो हुण कोई चीज़ जिहड़ी आ वो चोरी छुपे कोई कर लैंदा ते गुस्सा तो तुहानू उहदे ते भी आउंदा है कि इन्हें इदां नहीं करनी सी, लेकिन वो तुहाडे सामने धड़ल्ले नाल करदा। ये जिहड़ा कोई उहनू महसूस नहीं हुंदा है तुहाडा रोब, तुहाडी शख्सियत या तुहाडा मकाम। ते अल्लाह कहंदा जिहड़ा इदां करदा उच्ची अलानिया उच्ची बुराई करदा
बुराई ਜਿਹੜੀ ਆ ਉਹਨੂੰ ਮਤਲਬ ਇਹ ਆ ਕਿ ਨਸ਼ਰ ਕਰਦਾ ਹੈ, ਬੁਰਾ ਕੰਮ ਵੀ ਹੈ ਤੇ ਫਿਰ ਬੁਰੇ ਕੰਮ ਨੂੰ ਉਹ ਜਿਹੜਾ ਨਾ ਨਸ਼ਰ ਵੀ ਕਰਦਾ। ਅੱਲਾ ਨੂੰ ਉਹ ਬੰਦਾ ਬਿਲਕੁਲ ਪਸੰਦ ਨਹੀਂ। ਹੁਣ ਇਹ ਸੋਚ ਲਓ ਜੀ ਕਿ ਅੱਲਾ ਇਹ ਨਹੀਂ ਕਹਿੰਦਾ ਕਿ ਉਹਨੇ ਕਲਮਾ ਪੜਿਆ ਹੋਵੇ ਤੇ ਫਿਰ ਉਹ ਕਰ ਸਕਦਾ ਹੈ, ਉਹ ਹਾਜੀ ਹੋਵੇ ਤੇ ਉਹ ਕਰ ਸਕਦਾ ਹੈ, ਉਹ ਗਾਲ ਕੱਢ ਸਕਦਾ ਹੈ ਕਿਸੇ ਬੰਦੇ ਨੂੰ, ਉਹ ਕੁਛ ਵੀ ਕਰਦਾ ਹੋਵੇ। ਅੱਲਾ ਨੇ ਕਿਹਾ ਲਾ ਯੁਹਿਬ, ਅੱਲਾ ਨੂੰ ਕੋਈ ਪਸੰਦ ਨਹੀਂ ਉੱਚੀ ਕਰਨ ਵਾਲਾ ਇਦਾਂ ਦਾ ਅਮਲ। ਅੱਗੇ ਇੱਕ ਇਸਤਸਨਾ ਦੱਸਿਆ, ਇਲਾ ਮਨ ਜ਼ੋਲਿਮ, ਸਵਾਏ ਕਿ ਕੋਈ ਮਜ਼ਲੂਮ ਹੋਇਆ। ਹੁਣ ਦੇਖੋ ਜਿਹੜਾ ਮਜ਼ਲੂਮ ਹੈ ਉਹਨੂੰ ਅੱਲਾਹ ਤਾਲਾ ਨੇ, ਕਿਉਂਕਿ ਉਹਦੇ ਤੇ ਜ਼ੁਲਮ ਹੋਇਆ ਔਰ ਉਹਨੇ ਵਾਪਸੀ ਆਪਣੇ ਉੱਤੇ ਹੋਣ ਵਾਲੇ ਜ਼ੁਲਮ ਦਾ ਬਦਲਾ ਲਿਆ ਵਾ ਹੈ। ਜਾਂ ਦੂਸਰਾ ਸਾਡੇ ਅਲਫਾਜ਼ 'ਚ ਕਹਿ ਦਿੰਦੇ ਆ ਕਿ ਤਕੜੇ ਦੀ ਮਾਰ ਤੇ ਕਮਜ਼ੋਰ ਦੀ ਗਾਲ। ਉਹ ਕਮਜ਼ੋਰ ਗਾਲੀ ਦੇਗਾ, ਗਾਲ ਕੱਢੇਗਾ, ਮੰਦਾ ਚੰਗਾ ਬੋਲੇਗਾ, ਹੋਰ ਕੋਈ ਵੱਧ ਘੱਟ ਕਰੇਗਾ। ਔਰ ਇਸ ਤੋਂ ਵੀ ਅੱਗੇ ਉਹ ਕੋਈ ਅੱਲਾ ਨਾਲ ਵੀ ਸ਼ਿਕਵਾ ਕਰ ਲਵੇ ਤੇ ਅੱਲਾ ਉਹਦੇ ਨਾਲ ਨਰਮੀ ਕਰੇਗਾ। ਠੀਕ ਹੈ ਨਾ, ਕਿ ਅੱਲਾ ਤੂੰ ਮਤਲਬ ਕਰਨਾ ਤਾਂ ਨਹੀਂ ਚਾਹੀਦਾ, ਲੇਕਿਨ ਅਗਰ ਉਹਨੇ ਇਹ ਬਣਦਾ ਨਹੀਂਗਾ, ਲੇਕਿਨ ਹੁਣ ਉਹਨੇ ਅਗਰ ਇਸ ਕੈਫੀਅਤ ਦੇ ਚ ਕਰ ਲਿਆ ਤੇ ਇਹ ਫਰਮਾਇਆ ਇਲਾ ਮਨ ਜ਼ੁਲਮ, ਸਿਵਾਏ ਇਸਦੇ ਕਿ ਜਿਹੜਾ ਮਜ਼ਲੂਮ ਸੀਗਾ ਤੇ ਉਹਨੇ ਕੋਈ ਰਿਐਕਸ਼ਨ ਦੇ ਦਿੱਤਾ ਵਾਪਸੀ, ਕੋਈ ਯਾਨੀ ਗੁੱਸੇ ਚ ਆ ਕੇ, ਤੇ ਉਹਦੀ ਗੱਲ ਅਲੱਗਾ। ਜਿਹੜਾ ਤਕੱਬਰ ਨਾ ਆਕੜ ਨਾ ਆਪਣੇ ਨੂੰ ਕੁਛ ਸਮਝਦਾ ਹੋਇਆ ਬੁਰਾ ਕੰਮ ਕਰਦਾ, ਕੋਈ ਲਾ ਯੁਹਿਬ, ਔਰ ਉਹ ਮਤਲਬ ਇਹ ਹੈ ਕਿ ਉਹਦੇ ਦਿਲ ਚ ਡਰ ਨਿਕਲ ਚੁੱਕਿਆ ਵਾ। ਵਕਾਨ ਅੱਲਾਹੁ ਸਮੀਅਨ ਅਲੀਮਾ, ਤੇ ਉਹਦੇ ਦਿਲ ਚ ਡਰ ਨਿਕਲ ਗਿਆ, ਖੌਫ ਨਿਕਲ ਗਿਆ, ਔਰ ਉਹ ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ। ਤਾਂ ਉਹਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਅੱਲਾਹ ਤਾਲਾ ਨੇ ਸੁਣ ਲਿਆ ਔਰ ਅੱਲਾਹ ਤਾਲਾ ਨੂੰ ਮਾਲੂਮ ਹੈ ਕਿ ਜੋ ਕੁਛ ਉਹਨੇ ਕੀਤਾ, ਜੋ ਕੁਛ ਉਹਨੇ ਜਿਹੜਾ ਨਾ ਉਹ ਕਿਆ। ਇਨ ਤੁਬਦੂ ਖੈਰਨ, ਅਗਰ ਤੁਸੀਂ ਕਿਸੇ ਵੀ ਨੇਕੀ ਨੂੰ, ਕਿਸੇ ਵੀ ਖੈਰ ਨੂੰ ਛੁਪਾ ਕੇ ਕਰੋਗੇ, ਸੌਰੀ ਤੁਬਦੂ ਜ਼ਾਹਿਰ ਕਰੋਗੇ, ਐਲਾਨੀਆਂ ਕਰੋਗੇ, ਔਰ ਤੁਖਫੂ ਹੋ, ਜਾਂ ਤੁਸੀਂ ਉਹਨੂੰ ਛੁਪਾ ਕੇ ਕਰੋਗੇ, ਔ ਤਾਫੂ ਅਨਸੂ, ਜਾਂ ਤੁਸੀਂ ਕਿਸੇ ਦੀ ਕਿਸੇ ਗਲਤੀ ਨੂੰ, ਕਿਸੇ ਦੇ ਗੁਨਾਹ ਨੂੰ ਮਾਫ ਕਰ ਦਿਓਗੇ। ਤੇ ਫਰਮਾਇਆ ਫਇਨ ਅੱਲਾਹ ਕਾਨ ਅਫੂਵਨ ਕਦੀਰਾ, ਤੇ ਇਹ ਗੱਲ ਯਾਦ ਰੱਖੋ ਅੱਲਾਹ ਤਾਲਾ ਵੀ ਮਾਫ ਕਰ ਦਿੰਦਾ ਹੈ, ਔਰ ਮਾਫ ਕਰਦਾ ਕਦੀਰ ਹੁੰਦਿਆਂ ਹੋਇਆਂ। ਮਤਲਬ ਇਹ ਹੈ ਕਿ ਤੁਸੀਂ ਤੇ ਮਸਕੀਨ ਹੁੰਦਿਆਂ ਮਾਫ ਕਰੋਗੇ ਨਾ। ਅਸੀਂ ਇਨਸਾਨਾਂ ਦੇ ਵਿੱਚ ਅਗਰ ਇਨਸਾਨ ਬਦਲਾ ਲੈ ਸਕਦਾ ਨਾ ਤਾਂ ਬਹੁਤ ਕਮ ਉਹ ਮਾਫ ਕਰਦਾ, ਭਾਵੇਂ ਉਹ ਬਦਲਾ ਜ਼ਬਾਨੀ ਹੋਵੇ ਤੇ ਭਾਵੇਂ ਉਹ ਬਦਲਾ ਜਿਹੜਾ ਹੱਥਾਂ ਪੈਰਾਂ ਦੇ ਨਾਲ ਲੈਣ ਵਾਲਾ ਹੋਵੇ। ਕਿਸੇ ਨੇ ਗਾਲ ਕੱਢੀ ਆ ਤੇ ਜੇ ਜਵਾਬੀ ਗਾਲ ਕੱਢ ਸਕਦਾ ਤਾਂ ਫੌਰਨ ਕੱਢ ਦੇਗਾ। ਕਿਸੇ ਨੇ ਥੱਪੜ ਮਾਰਿਆ ਤੇ ਜੇ ਜਵਾਬੀ ਥੱਪੜ ਮਾਰ ਸਕਦਾ ਫੌਰਨ ਮਾਰੇਗਾ। ਔਰ ਸਵਾਏ ਇੱਕ ਸੂਰਤ ਦੇ ਕਿ ਉਹ ਇੰਨਾ ਕਮਜ਼ੋਰ ਹੋਵੇ ਕਿ ਉਹਨੂੰ ਵਾਪਸੀ ਜ਼ਬਾਨੀ ਜਵਾਬ ਨਹੀਂ ਦੇ ਸਕਦਾ ਜਾਂ ਹੱਥ ਪੈਰ ਨਾਲ ਜਵਾਬ ਨਹੀਂ ਦੇ ਸਕਦਾ ਹੈ, ਤੇ ਫਿਰ ਕੀ ਕਰੇਗਾ? ਇਹਨੂੰ ਉਹ ਫਿਰ ਕਹੇਗਾ ਮੈਂ ਯਾਰ ਸਬਰ ਕਰ ਲਿਆ। ਹਾਂ, ਅੱਲਾ ਵਾਸਤੇ ਕੀਤਾ, ਉਹ ਅੱਲਾ ਦਾ ਬਾਤ ਆ, ਲੇਕਿਨ ਮਸਲਾ ਇਹ ਆ ਵੀ ਅਕਸਰੀਅਤ ਅੱਲਾ ਵਾਸਤੇ ਨਹੀਂ ਕਰਦੀ, ਮਜਬੂਰਨ ਹੀ ਕਰਦੀ ਹੈ। ਅੱਲਾ ਵਾਸਤੇ ਕਰ ਲਿਆ ਤੇ ਇਹ ਤਾਂ ਬਹੁਤ ਉੱਚੀ ਗੱਲ ਹੈ।
ਤੇ ਅੱਲਾ ਵਾਸਤੇ ਤੇ ਤੁਸੀਂ ਅਗਰ ਬਦਲਾ ਲੈ ਸਕਦੇ ਹੋ ਕਿ ਜਿਹਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਹੈ, ਤੇ ਪਰ ਤੁਸੀਂ ਲਿਆ ਨਹੀਂ, ਮਾਫ ਕਰ ਦਿੱਤਾ। ਸਾਰਿਆ ਕੁਛ ਮਤਲਬ ਸਾਰੇ ਅਸਬਾਬ ਹੁੰਦਿਆਂ ਹੋਇਆ ਕਿ ਤੁਸੀਂ ਬਦਲਾ ਲੈ ਲਓ, ਇਹਦਾ ਫਿਰ ਬੜਾ ਮੁਕਾਮ ਆ। ਔਰ ਅੱਲਾ ਇਹ ਗੱਲ ਇੱਥੇ ਫਰਮਾ ਰਿਹਾ, ਫਾਇਨ ਅੱਲਾਹ ਕਾਨਾ ਅਫੂਵਨ ਕਦੀਰਾ। ਇਹ ਦੇਖੋ ਕਿ ਅੱਲਾਹ ਤਾਲਾ ਇੰਨੀ ਕੁਦਰਤ ਰੱਖਦਾ ਕਿ ਕੋਈ ਵੀ ਐਸਾ ਨਹੀਂ ਹੈ ਜਿਹੜਾ ਉਹਦਾ ਨਾਫਰਮਾਨੀ ਕਰੇ ਤੇ ਉਹ ਉਹਦੇ ਕੋਲ ਬਦਲਾ ਨਾ ਲੈ ਸਕੇ। ਉਹ ਉਹਨੂੰ ਜਿਹੜਾ ਨਾ ਉਹ ਸੰਗੀਨ ਸਜ਼ਾ ਦੇ ਸਕਦਾ, ਲੇਕਿਨ ਫਿਰ ਵੀ ਮਾਫ ਕਰ ਦਿੰਦਾ, ਕੁਦਰਤ ਹੁੰਦਿਆਂ ਮਾਫ ਕਰਦਾ। ਇਹ ਇੱਕ ਆਲਾ ਵਸਫ ਹੈ ਕਿ ਕੁਦਰਤ ਹੁੰਦਿਆਂ ਹੋਇਆ ਮਾਫ ਕਰਨਾ, ਤਾਕਤ ਹੁੰਦਿਆਂ ਮਾਫ ਕਰਨਾ। इन लज़ीना यकफुरून बिल्लाहि व रसूलिही, और जो ਉਹ ਲੋਕ ਜਿਨ੍ਹਾਂ ਨੇ ਕੁਫਰ ਕੀਤਾ ਅੱਲਾਹ ਦਾ ਔਰ ਉਹਦੇ ਰਸੂਲ ਦਾ। व युरीदून अन युफर्रिकू बैन अल्लाह व रसूलिही, और ਉਹ ਚਾਹੁੰਦੇ ਆ ਕਿ ਫਰਕ ਕਰੀਏ ਅੱਲਾਹ ਉਹਦੇ ਰਸੂਲ ਦੇ ਦਰਮਿਆਨ ਜਾਂ ਉਹਦੇ ਰਸੂਲਾਂ ਦੇ ਦਰਮਿਆਨ। ਇਹਦੇ ਵਿੱਚ ਮਤਲਬ ਹੈ ਕਿ ਇਹ ਚੀਜ਼ ਵੀ ਆ ਜਾਂਦੀ ਹੈ ਕਿ ਕੋਈ ਕਵੇ ਕਿ ਜੀ ਅਸੀਂ ਅੱਲਾਹ ਦੀ ਗੱਲ ਮੰਨਾਂਗੇ, ਮਤਲਬ ਰਸੂਲ ਦੀ ਨਹੀਂ ਮੰਨਾਂਗੇ, ਅੱਲਾਹ ਦੀ ਮੰਨਾਂਗੇ। ਜਿੱਦਾਂ ਇਹ ਅੱਜ ਕੱਲ੍ਹ ਜਿਹੜਾ ਨਾ ਇਹ ਐਸੇ ਫਿਤਨੇ ਉੱਠੇ ਹੋਏ ਆ ਕਿ ਜਿਹੜੇ ਉਹ ਕਹਿੰਦੇ ਜੀ ਬਸ ਕਿ ਅੱਲਾਹ ਨੇ ਤਾਂ ਕਿਤਾਬ ਨਾਜ਼ਲ ਕੀਤੀ ਹੈ, ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਅਹਿਕਾਮਾਤ ਸੀ ਨਾ, ਉਹ ਤੇ ਬਸ ਆਪਣੇ ਵਕਤ ਦੇ ਵਿੱਚ ਇੱਕ ਜਿੱਦਾਂ ਹੁਕਮਰਾਨ ਹੈ ਉਹ ਕੋਈ ਕਾਨੂੰਨ ਪਾਸ ਕਰਦਾ ਔਰ ਦੂਸਰਾ ਹੁਕਮਰਾਨ ਆ ਕੇ ਉਸ ਕਾਨੂੰਨ ਨੂੰ ਖਤਮ ਕਰ ਦਿੰਦਾ। ਇੰਨੀ ਕੀ ਹੈਸੀਅਤ ਸੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮਾਂ ਦੀ, ਤੇ ਅਸੀਂ ਅੱਲਾਹ ਦੀ ਗੱਲ ਮੰਨਾਂਗੇ। ਔਰ ਇਸੇ ਤਰ੍ਹਾਂ ਦੂਸਰੀ ਗੱਲ ਇਹ ਬਣ ਜਾਂਦੀ ਹੈ ਕਿ ਅਸੀਂ ਕਿਸੇ ਰਸੂਲ ਨੂੰ ਮੰਨਾਂਗੇ, ਕਿਸੇ ਨੂੰ ਨਹੀਂ ਮੰਨਾਂਗੇ। ਮਸਲਨ ਇਹ ਹੈ ਕਿ ਯਹੂਦੀ ਜਿਹੜੇ ਆ ਉਹ ਈਸਾ अलैहिस्सलाम ਨੂੰ ਵੀ ਨਹੀਂ ਮੰਨਦੇ, ਮੁਹੰਮਦ ਰਸੂਲullah सल्लल्लाहु अलैहि वसल्लम ਨੂੰ ਵੀ ਨਹੀਂ ਮੰਨਦੇ। ਔਰ ਈਸਾਈ ਜਿਹੜੇ ਆ ਉਹ ਮੁਹੰਮਦ ਰਸੂਲullah सल्लल्लाहु अलैहि वसल्लम ਨੂੰ ਨਹੀਂ ਮੰਨਦੇ। ਔਰ ਮੁਸਲਮਾਨ ਜਿਹੜੇ ਆ ਉਹ ਮੁਹੰਮਦ ਰਸੂਲullah सल्लल्लाहु अलैहि वसल्लम ਨੂੰ ਵੀ ਮੰਨਦੇ ਆ, ਔਰ ਆਦਮ ਤੋਂ ਲੈ ਕੇ ਈਸਾ अलैहिस्सलाम ਤੱਕ ਜਿੰਨੇ ਵੀ ਪੈਗੰਬਰ ਆਏ ਸਭ ਨੂੰ ਮੰਨਦੇ ਆ। फरमाया व युरीदून अन युफर्रिकू बैन अल्लाह व रसूलिही, और ਜਿਹੜੇ ਫਰਕ ਕਰਦੇ ਆ ਅੱਲਾਹ ਉਹਦੇ ਰਸੂਲਾਂ ਦੇ ਦਰਮਿਆਨ। ਇਹ ਸਮਝ ਲਓ ਅੱਲਾਹ ਉਹਦਾ ਰਸੂਲ ਇਹ ਇੱਕ ਇਕਾਈ ਹੈ, ਇੱਕ ਵਹਦਤ ਹੈ, ਠੀਕ ਹੈ ਨਾ। ਮਤਲਬ ਇਹ ਹੈ ਕਿ ਆਪਣੀ ਉਸ ਹਿਸਾਬ ਨਾਲ ਨਹੀਂ, ਇਹ ਦੀਨ ਦੇ ਹਵਾਲੇ ਨਾਲ। ਬਾਕੀ ਅੱਲਾਹ ਅੱਲਾਹ ਵਾ, ਰਸੂਲ ਰਸੂਲ ਹੈ, ਠੀਕ ਹੈ ਨਾ। ਲੇਕਿਨ ਇਹ ਜਿਹੜੀ ਸ਼ਰੀਅਤ ਸਾਨੂੰ ਦਿੱਤੀ ਹੈ ਇਹਦੇ 'ਚ ਅੱਲਾਹ ਤਾਲਾ ਨੇ ਰਸੂਲ ਨੂੰ ਜਿਹੜੇ ਇਖਤਿਆਰ ਦਿੱਤੇ। ਪਿੱਛੇ ਅਸੀਂ ਪੜ੍ਹਿਆ ਸੀ ਕਿ ਉਹ 5ਵੇਂ ਸਿਪਾਰੇ ਦੇ ਆਖਰ ਦੇ ਉੱਤੇ ਕਿ ਹਲਾਲ ਔਰ ਹਰਾਮ ਦੇ ਹਵਾਲੇ ਨਾਲ ਵੀ, ਔਰ ਉੱਥੇ ਮੈਂ ਦੱਸਿਆ ਸੀ ਕਿ ਸੂਰਾ ਤੌਬਾ ਦੀ ਵੀ ਆਇਤ ਹੈਗੀ ਜਿਹਦੇ 'ਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਇਖਤਿਆਰ ਅੱਲਾਹ ਤਾਲਾ ਨੇ ਬਿਆਨ ਕੀਤਾ ਕਿ ਮੁਹੰਮਦ ਰਸੂਲullah सल्लल्लाहु अलैहि वसल्लम ਵੀ ਜਿਸ ਨੂੰ ਹਰਾਮ ਕਹਿਣ ਉਹਨੂੰ ਹਰਾਮ ਸਮਝੋ, ਜਿਹਨੂੰ ਹਲਾਲ ਕਹਿਣ ਉਹਨੂੰ ਹਲਾਲ ਸਮਝੋ, ਭਾਵੇਂ ਉਹ ਕੁਰਾਨ ਕਰੀਮ 'ਚ ਅੱਲਾਹ ਨੇ ਨਾ ਬਿਆਨ ਕੀਤਾ ਹੋਵੇ। व युरीदून अन युफर्रिकू बैन अल्लाह व रसूलिही व यकूलून नुमिनु बिबाज़ व नुकफ्फिरू वयकूलून नुमिनु बिबाज़ व नकफुरु बिबाज़, और ਉਹ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਮੰਨਾਂਗੇ ਕਿਸੇ ਨੂੰ ਨਹੀਂ ਮੰਨਾਂਗੇ। ਯਾਨੀ ਅਸੀਂ ਈਸਾਈ ਕਹਿੰਦੇ ਈਸਾ ਨੂੰ ਮੰਨਾਂਗੇ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਹੀਂ ਮੰਨਾਂਗੇ। व युरीदून अन यत्तखिज़ू बैन ज़ालिका सबीला, और ਉਹ ਇਹਦੇ ਦਰਮਿਆਨ ਦਾ ਰਾਹ ਚੱਲਦੇ ਆ। ਯਾਨੀ ਅੱਲਾਹ ਤੇ ਉਹਦੇ ਰਸੂਲਾਂ ਦਾ ਉੱਤੇ ਈਮਾਨ ਲਿਆਉਣਾ ਜ਼ਰੂਰੀ ਹੈ, ਬਰਾਬਰ ਉਸ ਹਿਸਾਬ ਨਾਲ ਉਹਨਾਂ ਦੇ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ। ਅੱਲਾਹ ਕਹਿੰਦਾ ਵਮਨ ਯੁਤਿ ਅੱਲਾਹ व रसूलहू
जिन्हें अल्लाह दे रसूल की इताअत की फकद फाज़ा फौजा नज़ीमा, वो कामयाब होया। वह युरीदून अन यत्तखिज़ू बैन ज़ालिका सबीला, और वो दरम्यान दा रस्ता इख्तियार करदा। उलाइका हुमुल काफिरून हक्का, ये पक्के सच्चे काफर है। वह आतदना लिल काफिरीन अज़ाबम मुहीना, और ये मुताबिक वो यहूदो नसारा ते हो ही गए, और जेड़े अज मुसलमाना चो कहते ना सानू कुरान काफी है, वो भी इसे खाते दे आ जाएंगे। व आतदना लिल काफिरीन अज़ाबम मुहीना, और असी तैयार किया होया इदां दे काफरां वास्ते एक अजाब जिहदे विच बेइज्जती भी होएगी, मुहीना तौहीन वाला, रुसवाई वाला, इज्जत वाला नहीं। वल्लज़ीन आमनू बिल्लाहि व रुसुलिही, और जेड़े ईमान लियाउंदे आ अल्लाह ते ओदे रसूलां ते, वलम युफर्रिकु बैन अहद मिनहुम, और कोई फर्क नहीं करदे अल्लाह ते रसूल दे दरम्यान। जिद्दां अल्लाह दे हुक्म नू मनना जरूरी समझदे आ, उदां ही रसूल दे हुक्म नू मनना जरूरी समझदे आ। जे जिद्दां और सारे रसूलां ते ईमान लियाउंदे आ। उलाइका सौफा युअतीहिम उजूरहुम, ਇਹ ਹੀ ਉਹ ਲੋग ਆ ਕਿ ਜਿਨ੍ਹਾਂ ਨੂੰ ਬਹੁਤ ਜਲਦ ਉਹਨਾਂ ਦਾ ਅਜਰ ਮਿਲਣ ਵਾਲਾ। वकान अल्लाह गफूर रहीम, और अल्लाह ताला माफ करने वाला और रहम करने वाला। लिहाजा इन्ह वर्गे बन के अल्लाह को मगफरत करवा लो, रहम करवा लो, रहम के हकदार बन जाओ। यस आलो का अहलुल किताब, और ये तुहाडे कोलों पुछदे आ अहले किताब, अन तो नज़िल अलैहिम किताबा मिनस समा, कि तुसी उन्हां ते नू अतार के दिखाओ किताब आसमान तो। ये मैं पहले भी अर्ज कर चुकिया कि मूसा अलैहिस्सलाम नू तौरात मिली थी तूर दे उत्ते, और लिखी हुई सी पत्थर दियां सलेटां ते या तख्तियां ते। ठीक है, कागज नहीं सीगा, पत्थर दियां तख्तियां सी, सलेटां सी, उन्हां दे उत्ते लिखी हुई सी तौरात, इदां दित्ती सी। ਜਦੋਂ कि मुहम्मद रसूलुल्लाह सल्लल्लाहु अलैहि वसल्लम ਦੇ ਉੱਤੇ वही हुई है आप दे कलबे मुबारक ते, लिखी हुई नहीं मिली। और ये फिर थोड़ी थोड़ी करके हुई है 23 ਸਾਲਾਂ ਚ। ਉਹ ਕਹਿੰਦੇ ਸੀ ਤੁਸੀਂ ਸਾਨੂੰ ਵੀ ਜਿਹੜਾ ਨਾ ਉਹ ਤੁਸੀਂ ਵੀ ਇਦਾਂ ਹੀ ਕਿਤਾਬ ਲਿਆਓ। ਔਰ ਸੂਰਾ ਬਨੀ ਇਸਰਾਈਲ ਦੇ ਵਿੱਚ ਵੀ ਹੈ ਕਿ ਉਹ ਕਹਿੰਦੇ ਆ मुशरकीन कहते आ, काफर कहते आ कि तुसी आसमान ते चढ़ो तो किताब लिखी हुई किताब लैके आओ। फरमाया फ़क़द सआलू मूसा अकबर मिन ज़ालिक, ते मोहम्मद सल्लल्लाहु अलैहि वसल्लम तुहाडे कोलों ते इन्हां ने छोटा सवाल कीता, मूसा अलैहिस्सलाम को इदों भी वड्डा कीता सी। ਉਹ ਕੀ ਸੀਗਾ? फ़क़ालू अरिनल्लाह जहरा, तो उन्होंने क्या सानू अल्लाह साडियां अखां नाल दिखा, सानू नजर आवे अल्लाह। फ़अख़ज़तहुमुस्साइक़तु बिज़ुल्मिहिम, तो उन्हां दे इस जुल्म दी वजह तो फिर उन्हां नू एक कड़क बिजली दी ਜਿਹੜੀ ਸੀ ਨਾ ਉਹਨੇ ਆ ਲਿਆ। ਹੁਣ ਇਹ ਵਾਕਿਆ ਤਾਂ ਨਹੀਂ ਪੂਰਾ ਮੈਂ ਦੱਸ ਸਕਦਾ। ਉਹ मूसा अलैहिस्सलाम फिर वो 70 आदमियों ਨੂੰ ਤੂਰ ਤੇ ਲੈ ਗਏ, ਤੇ ਉੱਥੇ ਫਿਰ ਅੱਲਾ ਨੇ ਤਜੱਲੀ ਪਾਈ ਤੇ ਪਹਾੜ ਜਿਹੜਾ ਉਹ ਫਟਿਆ, ਤੇ ਉਹ ਜਿਹੜਾ ਨਾ ਉਹ ਨਹੀਂ ਉਦੋਂ ਦਾ ਬਹਰਹਾਲ ਉਸ ਵੇਲੇ ਵੀ ਇਦਾਂ ਦਾ ਵਾਕਿਆ ਹੋਇਆ ਕਿ ਉਹ ਪਹਾੜ ਜਿਹੜਾ ਉਹਦੇ 'ਚ ਜ਼ਲਜ਼ਲਾ ਆਇਆ, और वो जलजला आया तो सारे लोग जेडे सी ना वो बेहोश हो गए या मर गए हैं। ओदी गल अल्लाह ताला दसदा। सुम्मत तखजुल इजला मिन बाद मा जाअतहुमुल बैयिनात, और फिर तुसी ये सारा कुछ वेख के भी जेड़ा सुम्मत तखजुल इजला मिन बाद मा जाअतहुमुल बैयिनात, और फिर उन्होंने ये सारा कुछ वेखण तो बाद भी बछड़ा बना के उसकी परस्तश करनी शुरू कर दी सी, इन्नियां खुलियां निशानियां वेख के।
फअफौना अन ज़ालिक, ਤੇ ਅਸੀਂ ਤੇ ਇਹਨਾਂ ਨੂੰ ਇਹਨਾਂ ਕਈ ਇਹਨਾਂ ਗੱਲਾਂ 'ਚ ਵੀ ਮਾਫੀ ਦਿੱਤੀ। व आतना मूसा सुल्ताना मुबीना, और मूसा अलैहिस्सलातु वस्सलाम ਨੂੰ ਅਸੀਂ ਵਾਜ਼ੇ ਤੌਰ ਦੇ ਉੱਤੇ ਗਲਬਾ ਦਿੱਤਾ, ਫਿਰੌਨ ਦੇ ਉੱਤੇ ਗਲਬਾ ਦਿੱਤਾ, ਫਿਰੌਨ ਨੂੰ ਗਰਕ ਕੀਤਾ। ਵਰਫਾਨਾ ਫੌਕਹੁਮ ਤੂਰ ਬਮੀਸਾਕਿਹਿਮ, ਔਰ ਅਸੀਂ ਇਹਨਾਂ ਕੋਲੋਂ ਮਿਸਾਕ ਲੈਣ ਵਾਸਤੇ, ਮਿਸਾਕ ਕਹਿੰਦੇ ਆ ਮੁਆਹਦਾ, ਪੱਕਾ ਵਾਅਦਾ ਕਰ ਲੈਣ ਵਾਸਤੇ, ਇਹਨਾਂ ਦੇ ਉੱਤੇ ਤੂਰ ਪਹਾੜ ਵੀ ਬੁਲੰਦ ਕੀਤਾ। ਵਕੁਲਨਾ ਲਹੁਮ ਉਦਖੁਲੂਲ ਬਾਬਾ ਸੁਜਦਾ, ਔਰ ਅਸੀਂ ਇਹਨਾਂ ਨੂੰ ਇਹ ਵੀ ਆਖਿਆ ਸੀਗਾ ਕਿ ਦਰਵਾਜ਼ੇ ਵਿੱਚੋਂ ਦਾਖਲ ਹੋਣਾ ਸਜਦਾ ਕਰਕੇ। ਹੁਣ ਇਹ ਅੱਲਾਹ ਦੱਸਦਾ ਵੀ ਕਿੱਥੇ ਕਿੱਥੇ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਤੋੜਿਆ, ਮੀਸਾਕ ਕਰਕੇ ਤੋੜਿਆ। ਕਿਹਨਾਂ ਨੇ? ਇਹ ਅਹਲੇ ਕਿਤਾਬ ਨੇ। ਅੱਲਾਹ ਕਹਿੰਦਾ ਕਿ ਇਹ ਮਿਸਾਕ ਇਹਨਾਂ ਨੇ ਤੋੜਿਆ, ਹਾਲਾਂਕਿ ਅਸੀਂ ਤੂਰ ਪਹਾੜ ਬੁਲੰਦ ਕਰਕੇ ਇਹਨਾਂ ਨੂੰ ਨਿਸ਼ਾਨੀ ਦਿਖਾਈ ਤੇ ਇਹਨਾਂ ਕੋਲੋਂ ਮਿਸਾਕ ਲਿਆ ਸੀ, ਵਾਅਦਾ ਲਿਆ ਸੀ। ਔਰ ਉਸ ਵਾਅਦੇ 'ਚ ਅਸੀਂ ਇਹਨਾਂ ਨੂੰ ਕਿਹਾ ਸੀ ਵਕੁਲਨਾ ਲਹੁਮ ਉਦਖੁਲੂਲ ਬਾਬਾ ਸੁਜਦਾ, ਕਿ ਦਰਵਾਜ਼ੇ 'ਚ ਜਦੋਂ ਗੁਜ਼ਰਨਾ ਤਾਂ ਸਜਦਾ ਕਰਕੇ ਗੁਜ਼ਰਨਾ। ਇਹ ਹੁਣ ਪੂਰਾ ਵਾਕਿਆ ਨਹੀਂ, ਬਸ ਉਹ ਗੱਲ ਦੱਸੀ ਜਾ ਰਹੀ ਹੈ। ਇਹ ਸੂਰਾ ਬਕਰਾ 'ਚ ਵੀ ਆ ਚੁੱਕਿਆ ਕਿ ਇੱਕ ਬਸਤੀ ਜਿਹੜੀ ਨਾ ਉਹਨੂੰ ਫਤਹ ਕਰਨਾ ਸੀਗਾ, ਕਿਉਂਕਿ ਇਹਨਾਂ ਨੂੰ ਚਾਹੀਦਾ ਸੀ ਨਾ ਸਬਜ਼ੀਆਂ ਵਗੈਰਾ, ਉਹ ਮਿੰਬਕਲਿਹਾ ਵ ਕਿਸਾਇਆ ਵਫੂਮਿਹਾ, ਉਹ ਮਨੋ ਸਲਵਾ ਨਹੀਂ ਖਾਣਾ ਸੀ। ਤਾਂ ਅੱਲਾ ਨੇ ਕਿਹਾ ਕਿ ਬਸਤੀ ਜਿਹੜੀ ਹੈ ਨਾ ਉਹਨੂੰ, ਉਹਦੇ ਵਿੱਚ ਚਲੇ ਜਾਓ, ਔਰ ਬਸਤੀ ਦੇ ਲੋਕ ਜਿਹੜੇ ਆ ਨਾ ਉਹ ਖੌਫਜ਼ਦਾ ਹੋ ਕੇ ਬਸਤੀ ਛੱਡ ਜਾਣਗੇ ਤੇ ਤੁਹਾਨੂੰ ਉੱਥੇ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ, ਲੇਕਿਨ ਦਰਵਾਜ਼ੇ 'ਚੋਂ ਸਜਦਾ ਕਰਕੇ ਜਾਣਾ। ਅੱਲਾ ਕਹਿੰਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਸਜਦਾ ਕਰਕੇ ਜਾਣਾ। ਔਰ ਅੱਗੇ ਗਾ ਕੇ ਗੱਲ ਆ ਜਾਏਗੀ ਕਿ ਫਿਰ ਇਹਨਾਂ 'ਚੋਂ ਉਹ ਲੋਕ ਸੀ ਜਿਨ੍ਹਾਂ ਨੇ ਸਜਦਾ ਨਹੀਂ ਕੀਤਾ, ਮਤਲਬ ਮਿਸਾਕ ਤੋੜਿਆ। ਇਹ ਮਿਸਾਕ ਤੋੜਨ ਦੀਆਂ ਗੱਲਾਂ ਦੱਸ ਰਿਹਾ ਅੱਲਾ। ਵਕੁਲਨਾ ਲਹੁਮ ਲਾ ਤਾਦੂ ਫਿ ਸਬਤ, ਔਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਹਫਤੇ ਦੇ ਦਿਨ ਦੀ ਖਿਲਾਫ ਵਰਜ਼ੀ ਨਾ ਹੋਵੇ ਮਿਸਾਕ ਦੇ ਵਿੱਚ, ਤੇ ਪਰ ਇਹਨਾਂ ਨੇ ਖਿਲਾਫ ਵਰਜ਼ੀ ਕੀਤੀ, ਉਹ ਜਿਹਨਾਂ ਨੂੰ ਫਿਰ ਬੰਦਰ ਸੂਰ ਬਣਾਇਆ ਸੀ। व अखज़ना मिनहुम मीसाकन गलीज़ा, और ਅਸੀਂ ਇਹਨਾਂ ਤੋਂ ਬਹੁਤ ਪੱਕਾ ਵਾਅਦਾ ਲਿਆ ਸੀ ਬਈ ਇਹ ਜਿੱਦਾਂ ਅਸੀਂ ਤੁਹਾਨੂੰ ਕਹਿੰਦੇ ਆ ਇਹਦੇ ਮੁਤਾਬਕ ਹੀ ਕਰਨਾ। ਹੁਣ ਅੱਗੇ ਅੱਲਾਹ ਫਰਮਾ ਰਿਹਾ ਫਬਿਮਾ ਨਕਜ਼ਿਹਿਮ ਮੀਸਾਕਹੁਮ, ਔਰ ਇਸ ਵਜ੍ਹਾ ਤੋਂ ਕਿ ਇਹਨਾਂ ਨੇ ਮਿਸਾਕ ਨੂੰ ਤੋੜ ਦਿੱਤਾ, ਉਸ ਵਾਅਦੇ ਨੂੰ ਤੋੜ ਦਿੱਤਾ। व कुफ्रिहिम बिआयातिल्लाह, और ਇਹਨਾਂ ਨੇ ਅੱਲਾ ਦੀਆਂ ਆਇਤਾਂ ਨੂੰ ਨਹੀਂ ਮੰਨਿਆ, ਅੱਲਾਹ ਤਾਲਾ ਦੀਆਂ ਆਇਤਾਂ ਦੀ ਨਾਕਦਰੀ ਕੀਤੀ। व कत्लिहिमुल अंबिया बगैर हक, और ਜਿਹੜੇ ਨਬੀ ਫਿਰ ਆਏ ਵਿੱਚ ਉਹਨਾਂ ਨੂੰ ਸਮਝਾਉਣ ਵਾਸਤੇ ਕਿ ਅੱਲਾ ਦਾ ਮਿਸਾਕ ਨੂੰ ਪੂਰਾ ਕਰੋ, ਔਰ ਇਹ ਜਿਹੜਾ ਨਾ ਉਹ ਤੁਸੀਂ ਨਾ ਕਰੋ ਇੱਦਾਂ ਦੀਆਂ ਹਰਕਤਾਂ, ਤੇ ਉਹਨਾਂ ਨੂੰ ਨਾਹਕ ਇਹਨਾਂ ਨੇ ਕਤਲ ਵੀ ਕਰ ਦਿੱਤਾ। ਵਕੌਲਿਹਿਮ ਕੁਲੂਬੁਨਾ ਗੁਲਫ, ਔਰ ਇਹਨਾਂ ਦੀ ਇਹ ਆਕੜ ਕੇ ਇਹਨਾਂ ਨੇ ਇਹ ਕਹਿੰਦੇ ਆ ਕਿ ਸਾਡੇ ਦਿਲ ਮਹਿਫੂਜ਼ ਆ। ਗੁਲਫ ਗਲਾਫ ਜਿਹੜੀ ਚੀਜ਼ ਹੋਵੇ ਮਹਿਫੂਜ਼ ਹੁੰਦੀ ਹੈ ਨਾ, ਜਿੱਦਾਂ ਕਈ ਸਾਡੇ ਬੰਦੇ ਕਹਿੰਦੇ ਆ, ਉਹ ਕਹਿੰਦੇ ਮੇਰਾ ਦਿਲ ਬੁਰਾ ਨਹੀਂ, ਜ਼ੁਬਾਨ ਨਾਲ ਮੈਂ ਬੁਰੀ ਗੱਲ ਕਰ ਲੈਣਾ। फरमाया बल तबा अल्लाह अलैहा बिकुफ्रिहिम, बल्कि अल्लाह ने मोहर लगा ਦਿੱਤੀ ਇਹਨਾਂ ਦੇ ਉੱਤੇ, ਜਿਹੜਾ ਇਹਨਾਂ ਦੇ ਇਸੇ ਹੀ ਕੁਫਰ ਦੇ ਸਬਬ, ਇਸੇ ਹੀ ਨਾਸ਼ੁਕਰੀ ਦੇ ਸਬਬ। ਫਲਾ ਯੂਮਿਨੂਨ ਇਲਾ ਕਲੀਲਾ, ਤੇ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇਹਨਾਂ ਵਿੱਚੋਂ ਥੋੜੇ ਬਹੁਤ ਹੀ ਈਮਾਨ ਲਿਆਉਣਗੇ, या मुसलमानों इन्हें थोड़े बहुत ईमान ले आएंगे। व बेकुफ्रिहिम व कौलिहिम अला मरियमा बुहतानन अजीमा, और इन्हां दे कुफर दी वजह तो, और इन्हां ने जेड़ा इन्हां दी ये बात कि इन्हां ने मरियम सलामो अलैहा ते खुला इल्ज़ाम लगाया। ये सारा अल्लाह दे अहकामात नूं
ਨਜ਼ਰ ਅੰਦਾਜ਼ ਕੀਤਾ ਨਾ, ਮਿਸਾਕ ਨੂੰ ਤੋੜਿਆ, ਤੇ ਉਹ ਈਸਾ अलैहिस्सलाम ਦੇ ਉੱਤੇ ਇਲਜ਼ਾਮਾਤ ਲਗਾਏ ਗਲਤ ਉਹਨਾਂ ਨੂੰ ਰਸੂਲ ਨਹੀਂ ਮੰਨਿਆ। ਵਕੌਲਿਹਿਮ, ਔਰ ਇਹਨਾਂ ਦਾ ਇਹ ਕਹਿਣਾ, ਇੰਨਾ ਕਤਲਨਲ ਮਸੀਹ ਈਸਾ ਬਨ ਮਰੀਅਮ, ਕਿ ਅਸੀਂ ਕਤਲ ਕਰ ਦਿੱਤਾ ਈਸਾ ਇਬਨ ਮਰੀਅਮ ਨੂੰ। ਰਸੂਲ ਅੱਲਾਹ, ਇਹ ਹੁਣ ਜਿਹੜਾ ਨਾ, ਇਹ ਜਿਹੜਾ ਰਸੂਲ ਅੱਲਾਹ, ਇਹ ਸਮਝ ਲਓ ਇੱਕ, ਜਿੱਦਾਂ ਇੱਕ ਸਵਾਲ ਕੀਤਾ ਜਾਂਦਾ ਨਾ, ਸਵਾਲ ਦੀ ਤਰ੍ਹਾਂ ਵਾ। ਅੱਲਾ ਨੇ ਫਰਮਾਇਆ, ਇਹਨਾਂ ਨੇ ਕਿਹਾ ਕਿ ਅਸੀਂ ਕਰ ਦਿੱਤਾ ਕਤਲ ਮਸੀਹ ਈਸਾ ਇਬਨ ਮਰੀਅਮ ਨੂੰ। ਅੱਲਾ ਕਹਿੰਦਾ ਰਸੂਲ ਅੱਲਾਹ, ਇਹ ਕਹਿੰਦੇ ਆ ਰਸੂਲ ਅੱਲਾਹ ਨੂੰ ਕਤਲ ਕਰ ਦਿੱਤਾ। ਮਤਲਬ ਇਹ ਹੈ ਕਿ ਰਸੂਲ ਅੱਲਾ ਦਾ ਰਸੂਲ, ਈਸਾ ਅੱਲਾ ਦੇ ਰਸੂਲ ਸੀ ਨਾ, ਅੱਲਾ ਦਾ ਰਸੂਲ ਇਹਨਾਂ ਨੇ ਕਤਲ ਕਰ ਦਿੱਤਾ। ਇਹ ਮਤਲਬ ਇਹ ਵੀ ਇੱਥੋਂ ਤੱਕ ਆਪਣੇ ਆਪ ਨੂੰ ਸਮਝਦੇ, ਹਾਲਾਂਕਿ ਕਤਲ ਤਾਂ ਨਹੀਂ ਕਰ ਸਕੇ, ਰਸੂਲ ਨੂੰ ਕਤਲ ਕਰ ਸਕਦੇ ਹੀ ਨਹੀਂ ਸੀ। ਕੁਰਾਨ ਕਰੀਮ ਚ ਅੱਲਾ ਨੇ ਫਰਮਾਇਆ, ਲਅਗਲਿਬੰਨਾ ਅਨਾ व रसूली, नबी कतल होया वा, रसूल कदी कतल नहीं होया। ਤੇ ਫਰਮਾਇਆ ਕਿ ਰਸੂਲ ਅੱਲਾ ਦਾ ਰਸੂਲ ਇਹਨਾਂ ਨੇ ਕਤਲ ਕਰ ਲਿਆ ਹੈ, ਝੂਠੇ। ਵਮਾ ਕਤਲੂਹੋ, ਨਹੀਂ ਕਤਲ ਕੀਤਾ ਇਹਨਾਂ ਨੇ ਉਹਨਾਂ ਨੂੰ। ਵਮਾ ਸਲਬੂਹੋ, ਔਰ ਨਹੀਂ ਉਹਨਾਂ ਨੂੰ ਜਿਹੜਾ ਨਾ ਉਹ ਸੂਲੀ ਦਿੱਤੀ। ਵਲਾਕਿਨ ਸ਼ੁਬਿਹ ਲਹੁਮ, ਲੇਕਿਨ ਇਹਨਾਂ ਦੇ ਉੱਤੇ ਜਿਹੜਾ ਨਾ ਉਹ ਗੱਲ ਜਿਹੜੀ ਹੈ ਨਾ ਉਹ ਮੁਸ਼ਤਬਾ ਹੋ ਗਈ, ਯਾਨੀ ਸ਼ੁਬਾ ਵਿੱਚ ਪੈ ਗਿਆ ਮਾਮਲਾ, ਇਹਨਾਂ ਨੂੰ ਸਮਝ ਨਹੀਂ ਆਈ ਹੋਇਆ ਕੀ ਆ। ਹੁਣ ਉਹ ਕੀ ਹੋਇਆ ਵਾ ਜੀ, ਉਹ ਬਹਰਹਾਲ ਕਈ ਚੀਜ਼ਾਂ ਆਉਂਦੀਆਂ, ਲੇਕਿਨ ਉਹ ਅੰਜੀਲੇ ਬਰਨਾਬਾਸ ਦੇ ਵਿੱਚ ਵੀ ਇੱਕ ਵਾਕਿਆ ਆਉਂਦਾ ਕਿ ਉਹ ਸ਼ਖਸ ਜਿਹੜਾ ਸੀਗਾ ਨਾ, ਜਿਹਨੇ ਮੁਖਬਰੀ ਕੀਤੀ ਸੀ ਈਸਾ अलैहिस्सलाम ਨੂੰ ਫੜਾਉਣ ਦੀ, ਅੱਲਾ ਨੇ ਉਹਦੀ ਸ਼ਕਲ ਹੀ ਬਦਲ ਦਿੱਤੀ ਸੀਗੀ, ਹੈਂ। ਔਰ ਉਹ ਹਵਾਰੀ ਸੀਗਾ ਈਸਾ अलैहिस्सलाम ਦਾ 12ਵਾਂ, ਔਰ ਉਹਨੇ 30 ਅਸ਼ਰਫੀਆਂ ਲੈਣ ਦੇ ਇਵਜ਼ ਯਾਨੀ ਇਹ ਜਸੂਸੀ ਕੀਤੀ ਸੀ। ਵੱਲਾਹੁ ਆਲਮ। ਵਇਨ ਅੱਲਜ਼ੀਨ ਅਖਤਲਫੂ ਫੀ, ਅਲਬਤਾ ਇਹ ਗੱਲ ਪੱਕੀ ਹੈ ਕਿ ਅੱਲਾ ਕਹਿੰਦਾ ਕਿ ਈਸਾ अलैहिस्सलाम ਕਤਲ ਨਹੀਂ ਹੋਏ, ਤੇ ਇਹਨਾਂ ਨੂੰ ਗੱਲ ਸਮਝ ਹੀ ਨਹੀਂ ਆਈ, ਸ਼ੁਬਾ ਚ ਪੈ ਗਿਆ। ਵਇਨ ਅੱਲਜ਼ੀਨ ਅਖਤਲਫੂ ਫੀ, ਤੇ ਜਿਨ੍ਹਾਂ ਨੇ ਇਹਦੇ ਵਿੱਚ ਇਖਤਲਾਫ ਕੀਤਾ, ਲਫੀ ਸ਼ੱਕ ਮਿਨਹੁ, ਤੇ ਉਹ ਜਿਹੜੇ ਆ ਉਹ ਸ਼ੱਕ ਦੇ ਵਿੱਚ ਪਏ ਹੋਏ ਆ, ਯਾਨੀ ਜਿਹੜੇ ਇਸ ਗੱਲ ਦੇ ਵਿੱਚ ਇਖਤਲਾਫ ਕਰਦੇ ਆ ਨਾ, ਅੱਲਾ ਕਹਿੰਦਾ ਨਹੀਂ ਕਤਲ ਕੀਤਾ, ਤੇ ਕੁਝ ਲੋਕ ਕਹਿੰਦੇ ਆ ਕੀਤਾ, ਯਾਨੀ ਉਹ ਇਖਤਲਾਫ ਕਰ ਰਿਹਾ। ਲਫੀ ਸ਼ੱਕ ਮਿਨਹੁ, ਉਹ ਇਸ ਬਾਰੇ ਸ਼ੱਕ ਚ ਹੈ, ਉਹਨਾਂ ਦੇ ਕੋਲ ਪੱਕੀ ਗੱਲ ਨਹੀਂ, ਤਸਦੀਕ ਵਾਲੀ ਨਹੀਂ ਗੱਲ। ਮਾ ਲਹੁਮ ਬਿਹੀ ਮਿਨ ਇਲਮ, ਉਹਨਾਂ ਨੂੰ ਇਹਦਾ ਹਕੀਕੀ ਇਲਮ ਨਹੀਂ ਹੈ। ਇਲਤ ਬਾਜ਼ਨ, ਬਸ ਉਹ ਤੇ ਗੁਮਾਨ ਦੇ ਪਿੱਛੇ ਚੱਲ ਰਿਹਾ। ਵਮਾ ਕਤਲੂਹੂ ਯਕੀਨਾ, ਔਰ ਇਹ ਯਕੀਨੀ ਬਾਤ ਹੈ ਕਿ ਉਹਨਾਂ ਨੇ ਈਸਾ अलैहिस्सलाम ਨੂੰ ਕਤਲ ਨਹੀਂ ਕੀਤਾ। ਬਰ ਰਫਾਹੁ ਇਲੈਹ, ਬਲਕਿ ਹੋਇਆ ਇਦਾਂ ਕਿ ਅੱਲਾ ਨੇ ਉਹਨਾਂ ਨੂੰ ਆਪਣੇ ਵੱਲ ਉਠਾ ਲਿਆ। ਵਕਾਨ ਅੱਲਾਹੁ ਅਜ਼ੀਜ਼ਨ ਹਕੀਮਾ, ਹੁਣ ਤੁਸੀਂ ਸੋਚਦੇ ਰਹੋ ਕਿ ਕਿੱਦਾਂ ਉਠਾ ਲਿਆ। ਅੱਲਾਹ ਤਾਲਾ ਬੜਾ ਤਾਕਤ ਵਾਲਾ ਔਰ ਬੜਾ ਹਿਕਮਤ ਵਾਲਾ। ਹੁਣ ਕੋਈ ਕਵੇ ਕਿ ਈਸਾ ਨੂੰ ਕਿੱਦਾਂ ਉਠਾ ਲਿਆ, ਔਰ ਫਲਾਂ ਬੰਦੇ ਨੂੰ ਨਹੀਂ ਉਠਾਇਆ, ਨਬੀ ਨੂੰ ਕਿਉਂ ਨਹੀਂ ਉਠਾਇਆ? ਪੁੱਛਿਆ ਨਾ, ਯਕਤਲੂਨ ਨਬੀयीन ਬਗੈਰ ਹੱਕ, ਤੇ ਨਬੀਆਂ ਨੂੰ ਕਿਉਂ ਨਹੀਂ ਉਠਾਇਆ? ਅੱਲਾ ਦੀ ਆਪਣੀ ਹਿਕਮਤ ਆ, ਤੁਹਾਡੀ ਮਰਜ਼ੀ ਨਾਲ ਨਹੀਂ ਅੱਲਾ ਨੇ ਕਰਨਾ ਜੋ ਕਰਨਾ, ਉਹਦੀ ਆਪਣੀ ਹਿਕਮਤ ਆ। وَإِن مِّنْ أَهْلِ الْكِتَابِ إِلَّا لَيُؤْمِنَنَّ بِهِ قَبْلَ مَوْتِهِ, ਔਰ ਅਹਿਲੇ ਕਿਤਾਬ ਦੇ ਵਿੱਚੋਂ ਜਿਹੜਾ ਉਹ ਕੋਈ ਨਹੀਂ ਹੋਏਗਾ ਮਗਰ ਉਹ ਇਸ ਗੱਲ ਨੂੰ ਆਪਣੀ ਮੌਤ ਤੋਂ ਪਹਿਲੇ ਮੰਨ ਲਏਗਾ ਕਿ ਈਸਾ ਜ਼ਿੰਦਾ ਹੈ। ਔਰ ਜਦੋਂ ਈਸਾ अलैहिस्सलाम ਵਾਪਸ ਆਣਗੇ, ਤੇ ਜਿਹੜੇ ਵੀ ਈਸਾਈ ਹੋਣਗੇ
ਉਸ ਵੇਲੇ ਉਹ ਮੰਨ ਲੈਣਗੇ ਇਹ ਗੱਲ ਕਿ ਈਸਾ ਜਿਹੜਾ ਨਾ ਉਹਨੂੰ ਸੂਲੀ ਨਹੀਂ ਹੋਈ ਸੀ, ਸਾਡੇ ਪਿਛਲੇ ਜਿਹੜੇ ਆ ਉਹ ਝੂਠ ਹੀ ਬੋਲਦੇ ਰਹੇ। व यौमल क़ियामत यकून अलैहिम शहीदा, और क़यामत ਦੇ ਦਿਨ ਈਸਾ अलैहिस्सलाम ਉਹਨਾਂ ਦੇ ਉੱਤੇ ਸ਼ਹੀਦ ਵੀ ਹੋਣਗੇ, ਉਹਨਾਂ ਦੇ ਉੱਤੇ ਗਵਾਹ ਵੀ ਹੋਣਗੇ। ਹੁਣ ਇਹ ਗੱਲ ਜ਼ਰਾ ਸਮਝ ਲਓ ਜੀ ਕਿ ਇਹ ਪਹਿਲੇ ਤੇ ਸੂਰਾ ਬਕਰਾ ਦੇ ਵਿੱਚ ਜਦੋਂ ਦੂਸਰਾ ਸਪਾਰਾ ਸ਼ੁਰੂ ਹੋਇਆ ਨਾ ਤੇ ਫਰਮਾਇਆ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੇ ਵੀ ਤੁਹਾਡੇ ਸਾਹਮਣੇ ਸ਼ਹੀਦ ਹੋਣਾ ਹੈ। ਇੱਥੇ ਕਿਹਾ ਜਾ ਰਿਹਾ ਹੈ ਕਿ ਈਸਾ अलैहिस्सलाम ਉਹਨਾਂ ਦੇ ਅੱਗੇ ਸ਼ਹੀਦ ਹੋਣਗੇ। ਔਰ ਸੂਰਾ ਬਕਰਾ ਦੇ ਵਿੱਚ ਜਿੱਥੇ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਸ਼ਹੀਦ ਹੋਣ ਦਾ ਜ਼ਿਕਰ ਕੀਤਾ, ਉੱਥੇ ਦੱਸਿਆ ਕਿ ਤੁਸੀਂ ਵੀ ਉਮਤ ਇਸੇ ਵਾਸਤੇ ਬਣਾਏ ਗਏ ਹੋ ਕਿ ਤੁਸੀਂ ਸਾਰੇ ਸ਼ਹੀਦ ਬਣੋ। ਵਕਜ਼ਾਲਿਕਾ ਜਅਲਨਾकुम उम्मतम वसता लितकूनू शुहदा, शहीद ਦੀ ਜਮਾ ਯਾਨੀ ਉਮਤ ਤੁਹਾਨੂੰ ਇਸੇ ਵਾਸਤੇ ਬਣਾਇਆ ਲਿਤਕੂਨੂ शुहदा ਕਿ ਤੁਸੀਂ ਬਣ ਜਾਓ ਸ਼ੁਹਦਾ, ਤੁਸੀਂ ਸਾਰੇ ਹੋ ਜਾਓ ਸ਼ਹੀਦ। व यकून रसूल अलैकुम शहीदा, और रसूल हो जान ਤੁਹਾਡੇ ਸਾਹਮਣੇ ਸ਼ਹੀਦ। ਹੁਣ ਇਹ ਰਸੂਲ ਕਿੱਦਾਂ ਸ਼ਹੀਦ ਹੋਏ? अल्लाह ਦਾ पैगाम अल्फाज भी पहुँचाए और अल्लाह ताला दे इस पैगाम दे मुताबिक एक अमली जद्दोजहद करके एक रियासत जिहड़ी है ਉਹ ਵਜੂਦ ਦੇ ਵਿੱਚ ਲਿਆਂਦੀ ਜਿਹਦੇ ਵਿੱਚ ਅੱਲਾਹ ਤਾਲਾ ਦੀ ਹੁਕਮਰਾਨੀ ਸੀਗੀ। ਇਹ ਸ਼ਹਾਦਤ ਮੁਕੰਮਲ ਹੋਈ ਆ ਹੁਕਮਰਾਨੀ ਤੇ ਪਹੁੰਚ ਕੇ। ਇਹ ਸਾਰਾ ਸਫ਼ਰ ਜਿਹੜਾ ਇਸੇ ਸ਼ਹਾਦਤ ਵਾਸਤੇ ਸੀ ਕੀਤਾ। ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਮੱਕੇ ਚੋਂ ਨਿਕਲ ਕੇ ਅੱਲਾਹ ਦੀ ਕਿਬਰਿਆਈ, ਮੱਕੇ ਦੇ ਵਿੱਚ ਅੱਲਾਹੁ ਅਕਬਰ ਕਹਿਣ ਦਾ ਮਤਲਬ ਸੀ ਮੂੰਹ ਦੀ ਗੱਲ। ਔਰ ਫਿਰ ਜਦੋਂ ਹੁਕਮਰਾਨੀ ਬਣ ਗਈ, ਮੱਕਾ ਫਤਹ ਹੋ ਗਿਆ, ਬੱਤੇ ਚ ਮੌਕੇ ਚ ਬੁੱਤ ਸਾਫ਼ ਹੋ ਗਿਆ, ਤੇ ਹੁਣ ਅੱਲਾਹੁ ਅਕਬਰ ਦਾ ਮਤਲਬ ਹੈਗਾ ਕਿ ਮਾਸ਼ਰਾ ਅੱਲਾਹ ਨੂੰ ਅਕਬਰ ਮੰਨ ਰਿਹਾ। ਇੱਥੇ ਬੈਠੇ ਬੈਠੇ ਮਸੀਤੇ ਬੈਠੇ ਬੈਠੇ ਘਰ ਬੈਠੇ ਬੈਠੇ ਕਹਿਣਾ ਅੱਲਾਹ ਵਾਹ, ਅਸਲ ਤੇ ਅੱਲਾਹ ਹਾਕਮ ਹੈ, ਅੱਲਾਹ ਮਾਲਕ ਹੈ ਤੇ ਬਾਹਰ ਕੋਈ ਸਬੂਤ ਨਾ ਹੋਵੇ, ਨਾ ਸਾਡੇ ਘਰ ਵਿੱਚ, ਨਾ ਸਾਡੇ ਮਹੱਲੇ 'ਚ, ਨਾ ਸਾਡੇ ਮੁਲਕ 'ਚ ਅੱਲਾਹ ਦੀ ਹੁਕਮਰਾਨੀ ਦਾ ਕੋਈ ਸਬੂਤ ਹੈ। ਜਿੱਦਾਂ ਮੱਕੇ ਦੇ ਵਿੱਚ ਹਿਜਰਤ ਤੋਂ ਪਹਿਲੇ ਅੱਲਾਹ ਦੇ ਅਕਬਰ ਹੋਣ ਦਾ ਸਬੂਤ ਹੈਗਾ ਸੀਗਾ? ਕੋਈ ਸਬੂਤ ਨਹੀਂ ਸੀ। ਉੱਥੇ ਤਾਂ ਬਹੁਤ ਪਏ ਸੀ ਅੱਲਾਹ ਦੇ ਘਰ ਵਿੱਚ ਵੀ। ਉੱਥੇ ਕੋਈ ਖੜੋ ਕੇ ਅੱਲਾਹੁ ਅਕਬਰ ਕਵੇ ਤੇ ਉਹਦੇ ਅੱਲਾਹੁ ਅਕਬਰ ਦਾ ਮਤਲਬ ਸਿਰਫ ਇਹ ਹੈ ਕਿ ਉਹ ਅੱਲਾਹ ਨੂੰ ਅਕਬਰ ਮੰਨਦਾ, ਉਹਦਾ ਇਹ ਈਮਾਨ ਹੈ, ਉਹਦਾ ਇਹ ਨਜ਼ਰੀਆ ਹੈ। ਬਾਕੀ ਸਾਰਾ ਮਾਹੌਲ ਜਿਹੜਾ ਨਾ ਉਹ ਉਹਦੀ ਇਸ ਗੱਲ ਨੂੰ ਨਹੀਂ ਮੰਨਦਾ ਕਰਕੇ ਤੇ ਮੱਕੇ ਦੇ ਵਿੱਚ ਅੱਲਾਹ ਦੇ ਘਰ ਵਿੱਚ 360 ਬੁੱਤ ਪਏ ਨੇ। ਹੁਣ ਇਹੀ ਗੱਲ ਹੈ ਕਿ ਜਦੋਂ ਬੰਦਾ ਕਹਿੰਦਾ ਅੱਲਾਹ ਸਭ, ਅੱਲਾਹ ਮਾਲਕ ਹੈ, ਅੱਲਾਹ ਬਾਦਸ਼ਾਹ ਹੈ, ਅੱਲਾਹ ਅਹਕਮੁਲ ਹਾਕਿਮੀਨ ਹੈ, ਤੇ ਅੱਲਾਹ ਦੇ ਅਹਕਮੁਲ ਹਾਕਿਮੀਨ ਦਾ ਜਿਹੜਾ ਮਤਲਬ ਇਹ ਹੈ ਕਿ ਸਬੂਤ ਹੈ, ਇਹ ਮੇਰੇ ਵਜੂਦ ਤੋਂ ਮਿਲਦਾ ਕਿ ਮੇਰਾ ਵਜੂਦ ਜਿਹੜਾ ਉਹ ਅੱਲਾਹ ਤਾਲਾ ਦੇ ਹੁਕਮ ਦੇ ਤਾਬੇ ਹੋ ਗਿਆ। ਮੇਰੇ ਹੁਣ ਵਜੂਦ ਨਾਲ ਅੱਲਾਹ ਦੀ ਨਾਫਰਮਾਨੀ ਕੋਈ ਨਹੀਂ ਹੁੰਦੀ, ਅੱਲਾਹ ਦੀ ਤਾਬੇਦਾਰੀ ਹੁੰਦੀ ਆ। ਹਾਕਮ ਦੀ ਹੁਕੂਮਤ ਨੂੰ ਮੰਨ ਲਿਆ। ਮੇਰਾ ਘਰ ਜਿਹੜਾ ਹੈ ਉਹਦੇ ਵਿੱਚ ਅੱਲਾਹ ਦੇ ਹਾਕਮ ਦੀ ਹੁਕੂਮਤ ਨੂੰ ਮੰਨ ਲਿਆ। ਮੇਰੇ ਸ਼ਹਿਰ ਦੇ ਵਿੱਚ ਮੰਨ ਲਿਆ। ਮੇਰੇ ਕਬੀਲੇ 'ਚ ਅੱਲਾਹ ਦੇ ਅਹਕਮੁਲ ਹਾਕਿਮੀਨ ਦੀ ਹਾਕਮੀਅਤ ਮੰਨੀ ਗਈ ਹੈ। ਮੇਰੇ ਮੁਲਕ ਦੇ ਵਿੱਚ ਅੱਲਾਹ ਅਹਕਮੁਲ ਹਾਕਿਮੀਨ ਦੀ ਹਾਕਮੀਅਤ ਮੰਨੀ ਗਈ ਹੈ। ਇਸ ਜ਼ਮੀਨ ਦੇ ਉੱਤੇ ਅੱਲਾਹ ਅਹਕਮੁਲ ਹਾਕਿਮੀਨ ਦੀ ਹਾਕਮੀਅਤ ਮੰਨੀ ਗਈ ਹੈ, ਕਿਉਂਕਿ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਪੂਰੀ ਜ਼ਮੀਨ ਵਾਸਤੇ ਰਸੂਲ ਹੈ। ਤੇ ਅੱਜ ਸਮਝ ਲਓ, ਅੱਜ ਇਹ ਮਸਲਾ ਵਾ ਤੌਹੀਦ ਉਹਨਾਂ ਚਿਰ ਮੁਕੰਮਲ ਨਹੀਂ ਹੁੰਦੀ ਜਿੰਨਾ ਦੇਰ ਤੱਕ ਅੱਲਾਹ ਅਹਕਮੁਲ ਹਾਕਿਮੀਨ ਦੀ ਹਾਕਮੀਅਤ ਕਾਇਮ ਨਹੀਂ ਹੁੰਦੀ।
ਹੈਂ। ਬਸ ਉਹੋ ਹੀ ਆ ਅੱਲਾਹੁ ਅਕਬਰ ਜਿਹੜਾ ਮੱਕੇ ਦੇ ਵਿੱਚ ਬੁੱਤਾਂ ਦੇ ਵਿੱਚ ਬਹਿ ਕੇ ਕਿਸੇ ਨੇ ਕਹਿ ਲਿਆ, ਤੁਸੀਂ ਪਾਕਿਸਤਾਨ ਦੇ ਵਿੱਚ ਬਹਿ ਕੇ ਕਹਿ ਲਿਆ ਜਾਂ ਦੁਨੀਆ ਦੇ ਕਿਸੇ ਖਿੱਤੇ ਤੇ ਕਹਿ ਲਿਆ, ਉਸ ਅੱਲਾ ਦੇ ਉਸ ਅਕਬਰ ਹੋਣ ਵਾਸਤੇ ਜਦੋਜਹਿਦ ਕਰਨਾ ਹੈ। ਤੇ ਇਹ ਉਹ ਦੇਖੋ ਅਸੀਂ ਪਿੱਛੇ ਪੜਿਆ ਸੀ ਕਿ ਉਹ ਜਿਹੜੇ ਹਵਾਰੀ ਸੀ ਨਾ ਈਸਾ अलैहिस्सलाम ਦੇ ਸੂਰਾ ਨੂਰ ਆਲੇ ਇਮਰਾਨ ਚ ਅਸੀਂ ਪੜਿਆ ਸੀ, ਤੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਐ ਅੱਲਾ ਤੂੰ ਹੁਣ ਅਸੀਂ ਈਮਾਨ ਲੈ ਆਏ ਆ ਔਰ ਅਸੀਂ ਤੇਰੇ ਰਸੂਲ ਦੀ ਇਤਬਾ ਕਰ ਲਈ ਆ, ਫਕਤੁਬਨਾ ਮਾ ਸ਼ਾਹਿਦੀਨ, ਹੁਣ ਤੂੰ ਸਾਡਾ ਨਾਮ ਸ਼ਾਹਿਦੀਨ, ਇਹਦਾ ਮਤਲਬ ਇਹ ਹੈ ਕਿ ਜਿਹੜੇ ਈਮਾਨ ਲਾਏ ਆ ਉਹ ਸ਼ਾਹਿਦੀਨ ਹੈ, ਉਹ ਸ਼ਹਾਦਤ ਦੇ ਰਹੇ ਆ ਜਾਂ ਸ਼ਹਾਦਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਉਹ ਸ਼ਹਾਦਤ ਉਸ ਸ਼ਹਾਦਤ ਤੱਕ ਜਿਹਦੇ ਤੱਕ ਮੁਹੰਮਦ ਰਸੂਲੁल्लाह सल्लल्लाहु अलैहि वसल्लम ਪਹੁੰਚ ਗਏ ਸੀ ਹੈ। ਉਹ ਪਿੱਛੇ ਆਇਤ ਨੰਬਰ 41 ਚ ਆਇਆ, ਫਕੈਫ ਇਜ਼ਾ, ਸੂਰਾ ਨਿਸਾ ਦੀ ਆਇਤ 41, ਫਕੈਫ ਇਜ਼ਾ ਜਿਨਾ ਮਿਨ ਕੁल्लि उम्मतिन बशहीदिन वजिना बिका अला हाउला शहीदा। ਇਹ ਸਮਝ ਲਓ ਕਿ ਅਗਰ ਇਹ ਸ਼ਹਾਦਤ ਕਾਇਮ ਨਹੀਂ ਹੈਗੀ ਤੇ ਜਦੋਜਹਿਦ ਸਭ ਈਮਾਨ ਵਾਲਿਆਂ ਤੇ ਫਰਜ਼ ਹੈ, ਫਰਜ਼ ਐਨ ਹੈ ਇਹ ਜਦੋਜਹਿਦ। ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਅਗਰ ਇਹ ਜਦੋਜਹਿਦ ਨਹੀਂ ਕਰਦਾ ਬੰਦਾ ਔਰ ਅੱਲਾ ਦੀ ਹੁਕਮਰਾਨੀ ਕਾਇਮ ਨਹੀਂ ਹੈ ਤੇ ਜਿਹੜੀਆਂ ਨਮਾਜ਼ਾਂ ਰੋਜ਼ੇ ਆ ਨਾ ਉਹ ਵੀ ਮੂੰਹ ਤੇ ਮਾਰ ਦਿੱਤੇ ਜਾਣਗੇ। ਉਹਨਾਂ ਨਮਾਜ਼ਾਂ ਰੋਜ਼ਿਆਂ ਦੀ ਹਾਲ ਜਿਹੜੀ ਹੈ ਨਾ ਉਹ ਉਹਨਾਂ ਦੀ ਕੈਫੀਅਤ ਇਹ ਹੀ ਹੋਏਗੀ ਜਾਂ ਉਹਨਾਂ ਨਮਾਜ਼ਾਂ ਰੋਜ਼ਿਆਂ ਦੀ ਹੈਸੀਅਤ ਇਹ ਹੋਏਗੀ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਤਬੂਕ ਜਾ ਰਿਹਾ ਤੇ ਜਿਹੜੇ ਮੁਨਾਫਿਕ ਨਹੀਂ ਗਏ ਉਹ ਪਿੱਛੇ ਨਮਾਜ਼ਾਂ ਪੜ੍ਹੀ ਜਾ ਰਿਹਾ। ਉਹ ਅਗਰ ਸਾਰੇ ਦੇ ਸਾਰੇ ਮਸਜਿਦ ਨਬਵੀ ਦੇ ਵਿੱਚ ਇਤਕਾਫ ਵੀ ਕਰ ਲੈਂਦੇ ਤੇ ਉਹਨਾਂ ਦਾ ਇਹ ਇਤਕਾਫ ਵੀ ਮੂੰਹ ਤੇ ਮਾਰ ਦਿੱਤਾ ਜਾਣਾ ਸੀ। ਇਸੇ ਤਰੀਕੇ ਨਾਲ ਜਦੋਂ ਹੁਕਮ ਆ ਗਿਆ ਕਿ ਜਿਹੜਾ ਬੰਦਾ ਹਿਜਰਤ ਕਰ ਸਕਦਾ ਉਹ ਹਿਜਰਤ ਕਰ ਲਵੇ। ਹੁਣ ਕਿਸੇ ਮੱਕੇ ਚੋਂ ਕੋਈ ਬੰਦਾ ਜਿਹੜਾ ਮਜਬੂਰ ਨਹੀਂ ਸੀ, ਮਜਬੂਰਾਂ ਨੂੰ ਸਿਰਫ ਜਿਹੜਾ ਨਾ ਉਹ ਦੱਸਿਆ ਗੰਜਾਇਸ਼। ਹੁਣ ਇੱਕ ਬੰਦਾ ਹਿਜਰਤ ਕਰ ਸਕਦਾ ਸੀ, ਉਹਨੇ ਹਿਜਰਤ ਨਹੀਂ ਕੀਤੀ ਪਰ ਇਬਾਦਤ ਕਰਦਾ ਰਿਹਾ ਮੱਕੇ ਦੇ ਖਾਨਾ ਕਾਬਾ ਦੇ ਵਿੱਚ ਬਹਿ ਕੇ, ਤੇ ਉਹਦਾ ਇਹ ਸਾਰੀ ਇਬਾਦਤ ਉਹਦੇ ਮੂੰਹ ਤੇ ਮਾਰ ਦਿੱਤੀ ਜਾਏਗੀ। ਇਹ ਗੱਲ ਹੈ। ਔਰ ਇਹ ਗੱਲ ਜਿਹੜੀ ਹੈ ਨਾ ਅੱਜ ਨਾ ਬਰੇਲਵੀ ਜਾਣਦਾ, ਨਾ ਬਰੇਲਵੀ ਮੌਲਵੀ ਜਾਣਦਾ, ਨਾ ਅਹਿਲੇ ਹਦੀਸ ਮੌਲਵੀ ਜਾਣਦਾ, ਨਾ ਦਿਓਬੰਦੀ ਮੌਲਵੀ ਜਾਣਦਾ, ਨਾ ਕੋਈ ਹਨਫੀ ਸ਼ਾਫੀ ਮਾਲਕੀ ਕੋਈ ਜਾਣਦਾ। ਇਹ ਸਿਰਫ ਆਪਣੇ ਮਦਰਸਿਆਂ ਨੂੰ ਸਮਝਦੇ ਆ ਕਿ ਬਸ ਇੱਥੇ ਹੀ ਅਸੀਂ ਦੀਨ ਕਾਇਮ ਕਰ ਦਿੱਤਾ ਹੈ, ਮਸੀਤਾਂ 'ਚ ਕਰ ਦਿੱਤਾ। तो फरमाया व यकून अलैहिम शहीदा, ईसा अलैहिस्सलाम आणगे और दीन दे गलबे दी जद्दोजहद करनगे ते उन्हां दे सामने ਉਹ ਜਿੱਦਾਂ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਸ਼ਹਾਦਤ ਦਿੱਤੀ ਆ ਤੇ ਉਹ ਇਹ ਸ਼ਹਾਦਤ ਦੇਣਗੇ ਕਿ ਇਹ ਆ ਕੰਮ ਕਰਨ ਵਾਲਾ। ਫਾਬੇ ਜ਼ੁਲਮਹਿਮ ਮਿਨ ਅੱਲਜ਼ੀਨਾ ਹਾਦੂ, ਤੇ ਫਰਮਾਇਆ ਕਿ ਉਸ ਜ਼ੁਲਮ ਦੀ ਵਜ੍ਹਾ ਤੋਂ ਜਿਹੜਾ ਯਹੂਦੀਆਂ ਨੇ ਕੀਤਾ, ਮਤਲਬ ਯਹੂਦੀਆਂ ਨੇ ਈਸਾ अलैहिस्सलाम ਨੂੰ ਰਸੂਲ ਨਹੀਂ ਮੰਨਿਆ, ਜਿਹੜੇ ਸ਼ਹਾਦਤ ਜਿਨ੍ਹਾਂ ਨੇ ਦੇਣੀ ਸੀਗੀ ਹੈਂ, ਜਿਨ੍ਹਾਂ ਨੇ ਜਦੋਜਹਿਦ ਕਰਨੀ ਸੀ, ਤੇ ਫਰਮਾਇਆ ਇਹ ਇਦਾਂ ਦੇ ਜ਼ੁਲਮ ਇਹਨਾਂ ਨੇ ਕੀਤੇ ਤੇ ਇਹਦੀ ਵਜ੍ਹਾ ਤੋਂ ਹਰਮਨਾ ਅਲੈਹਿਮ ਤਯਿਬਾਤਿਨ ਉਹਿਲਤ ਲਹੁਮ, ਤੇ ਅਸੀਂ ਹਰਾਮ ਕਰ ਦਿੱਤੀਆਂ ਇਹਨਾਂ ਦੇ ਉੱਤੇ ਕਈ ਪਾਕ ਚੀਜ਼ਾਂ ਵੀ ਜਿਹੜੀਆਂ ਵੈਸੇ ਹਲਾਲ ਹੀ ਸੀਗੀਆਂ ਪਰ ਅਸੀਂ ਹਰਾਮ ਕਰ ਦਿੱਤੀਆਂ, मतलब बतौर सजा। वब सदहिम अन सबीलिल्लाह कसीरा, और इस वास्ते भी कि ये अल्लाह दे रस्ते दी वास्ते वल सदन दी बजाय अल्लाह दे रस्ते तो रोकण वाले बन गए। कोई मुसलमान हो जाता सी ਉਹਨੂੰ ਵੀ ਰੋਕਦੇ ਸੀਗੇ, ਵੈਸੇ ਵੀ ਇਹ ਜਦੋਂ ਫਿਰਕੇ ਬਣ ਜਾਂਦੇ ਨਾ ਦਿਓਬੰਦੀ ਬਰੇਲਵੀ ਅਹਿਲੇ ਹਦੀਸ, ਫਿਰ ਉਹ ਜਿਹੜਾ ਨਾ ਉਹ ਅਹਿਲੇ ਹਦੀਸ ਬਣਾਉਣ ਦੇ ਚੱਕਰ 'ਚ ਹੀ ਹੁੰਦੇ ਆ, ਔਰ ਦਿਓਬੰਦੀ ਬਣਾਉਣ ਦੇ ਚੱਕਰ 'ਚ, ਔਰ ਬਰੇਲਵੀ ਬਣਾਉਣ ਦੇ ਚੱਕਰ 'ਚ, ਸ਼ੀਆ ਬਣਾਉਣ ਦੇ ਚੱਕਰ 'ਚ ਹੁੰਦਾ। ਬਾਕੀ ਫਿਰ ਕੋਈ ਗੱਲ ਨਹੀਂ ਕਿ
ਕੁਰਾਨ ਉਹਨਾਂ ਨੇ ਆਪ ਵੀ ਨਹੀਂ ਪੜ੍ਹਿਆ ਹੁੰਦਾ, ਨਾ ਅਹਿਲੇ ਹਦੀਸਾਂ ਨੇ, ਨਾ ਬਰੇਲਵੀਆਂ ਨੇ, ਨਾ ਦੇਵਬੰਦੀਆਂ ਨੇ। ਕੋਈ 1000 ਦੇ ਚ ਇੱਕ ਕੋਈ ਆਪਣੇ ਸ਼ੌਕ ਨਾਲ ਪੜ੍ਹ ਲੇਗਾ, ਜਾਂ ਕੋਈ ਹੋਰ ਬਾਕੀ ਜਿਹੜੇ ਮਦਰਸਿਆਂ ਚ ਪੜ੍ਹ ਕੇ ਆਉਂਦੇ ਆ, ਤੁਸੀਂ ਉਹਨਾਂ ਨੂੰ ਕਿਆ ਕਰੋ, ਜਦੋਂ ਮੌਲਵੀ ਰੱਖੋ ਉਹਨੂੰ ਕਹੋ ਸਾਨੂੰ ਰੋਜ਼ਾਨਾ ਇੱਕ ਰਕੂ ਸੁਣਾਇਆ ਕਰ, ਉਹ ਭੱਜ ਜਾਏਗਾ। ਵਬਸਦਹਿਮ ਅਨ ਸਬੀਲਿल्लाह, ਔਰ ਇਸ ਵਾਸਤੇ ਕਿ ਅੱਲਾ ਦੇ ਰਸਤੇ ਤੋਂ ਰੋਕਦੇ ਵੀ ਸੀ। व आखज़िहिम रिबा, ਔਰ ਇਹਨਾਂ ਦੀ ਸੂਦਖੋਰੀ ਦੀ ਵਜ੍ਹਾ ਤੋਂ ਇਹ ਸੂਦ ਵੀ ਖਾਂਦੇ ਸੀ। ਵਕਦ ਨਹੂ ਅਨਹੂ, ਹਾਲਾਂਕਿ ਇਹਨਾਂ ਨੂੰ ਸੂਦਖੋਰੀ ਤੋਂ ਰੋਕਿਆ ਸੀ, ਜਿੱਦਾਂ ਸਾਨੂੰ ਰੋਕਿਆ ਮੁਸਲਮਾਨਾਂ ਨੂੰ। व अकलिहिम अमवाल अन्नास बिलबातिल, ਔਰ ਇਹਨਾਂ ਨੂੰ ਇਹ ਵੀ ਆਖਿਆ ਸੀ ਕਿ ਲੋਕਾਂ ਦਾ ਮਾਲ ਨਾ ਹੱਕ ਨਹੀਂ ਖਾਣਾ। ਇਹ ਸਾਰੀਆਂ ਉਹ ਗੱਲਾਂ ਜਿਹਦੀ ਵਜ੍ਹਾ ਤੋਂ ਅੱਲਾ ਨੇ ਲਾਨਤ ਕੀਤੀ ਉਹਨਾਂ ਦੇ ਉੱਤੇ। ਇਹ ਗੱਲ ਅੱਲਾ ਦੱਸ ਰਿਹਾ, ਤੇ ਇਹੀ ਗੱਲ ਤੋਂ ਤਾਂ ਲਾਨਤ ਸਾਡੇ ਤੇ ਹੋ ਗਈ। ਇੱਕ ਹਦੀਸ ਚ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਸੀ ਕਿ ਜਦੋਂ ਤੁਹਾਡੇ ਚ ਬੁਰਾਈਆਂ ਪੈਦਾ ਹੋ ਗਈਆਂ ਤਾਂ ਅੱਲਾ ਤੁਹਾਡੇ ਤੇ ਵੀ ਲਾਨਤ ਕਰ ਦੇਗਾ। ਵਾਤਦਨਾ ਲਿਲ ਕਾਫਿਰੀਨ ਮਿਨਹੁਮ ਅਜ਼ਾਬਨ ਅਲੀਮਾ, ਤੇ ਤਿਆਰ ਕੀਤੀ ਗਈ ਹੈ ਐਦਾਂ ਦੇ ਕਾਫਰਾਂ ਵਾਸਤੇ, ਐਦਾਂ ਦੇ ਨਾਸ਼ੁਕਰਿਆਂ ਵਾਸਤੇ ਜਿਨ੍ਹਾਂ ਕੋਲ ਅੱਲਾ ਦੀ ਹਦਾਇਤ ਆਈ, ਪੈਗੰਬਰ ਆਏ, ਉਹਨਾਂ ਨੇ ਕਦਰ ਨਹੀਂ ਕੀਤੀ, ਇੱਕ ਦਰਦਨਾਕ ਅਜ਼ਾਬ। ਲਾਕਿਨ ਰਾਸਿਖੂਨ ਫਿਲ ਇਲਮ ਮਿਨਹੁਮ, ਅਲਬત્ਤਾ ਇਹਨਾਂ ਦੇ ਵਿੱਚੋਂ ਜਿਹੜੇ ਕੋਈ ਇਲਮ ਦੇ ਵਿੱਚ ਪੁਖਤਾ, ਥੋੜੇ ਬਹੁਤੇ ਜਿੱਦਾਂ ਕਹਿੰਦੇ ਆ, ਉਹ ਜਿੱਦਾਂ ਹਬਸ਼ਾ ਦੇ ਵਿੱਚ ਉਹ ਨਜਾਸ਼ੀ ਬਾਦਸ਼ਾਹ ਸੀਗਾ, ਇਦਾਂ ਵਿੱਚ ਖਾਸ ਤੌਰ ਤੇ ਯਹੂਦੀਆਂ ਚੋਂ ਘੱਟ, ਤੇ ਯਹੂਦੀਆਂ ਚ ਤਾਂ ਤਕੱਬਰ ਸੀ, ਈਸਾਈਆਂ ਦੇ ਵਿੱਚ ਕਿਤੇ ਕਿਤੇ ਹੈ ਸੀਗੇ ਬੜੇ ਇਲਮ ਵਾਲੇ, ਜਿੱਦਾਂ ਉਹ ਵਰਕਾ ਬਿਨ ਨੌਫਲ ਸੀਗਾ, ਔਰ ਜਿਸ ਤਰ੍ਹਾਂ ਉਹ ਰਾਹਬ ਸੀਗਾ ਜਿਹਨੇ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਪਛਾਣ ਲਿਆ ਸੀਗਾ। ਲਾਕਿਨ ਰਾਸਿਖੂਨ ਫਿਲ ਇਲਮ ਮਿਨਹੁਮ, ਔਰ ਇਹਨਾਂ ਦੇ ਵਿੱਚੋਂ ਜਿਹੜੇ ਇਲਮ ਦੇ ਵਿੱਚ ਰਸੂਖ ਰੱਖਦੇ ਆ, ਵਲ ਮੁਮਿਨੂਨ, ਔਰ ਉਹ ਵਾਕਿਆ ਈਮਾਨ ਵਾਲਿਆ, ਯੂਮਿਨੂਨ ਬਿਮਾ ਉਨਜ਼ਿਲਾ ਇਲੈਕਾ ਵਮਾ ਉਨਜ਼ਿਲਾ ਮਿਨ ਕਬਲਿਕ, ਤੇ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਉਹ ਤੇ ਈਮਾਨ ਲੈ ਆਉਣਗੇ, ਜਾਂ ਉਹ ਈਮਾਨ ਲੈ ਆਉਂਦੇ ਆ, ਉਹਨਾਂ ਤੱਕ ਗੱਲ ਪਹੁੰਚੇਗੀ ਤੇ ਉਹ ਈਮਾਨ ਲੈ ਆਉਂਦੇ ਆ ਉਸ ਦੇ ਉੱਤੇ ਵੀ ਜਿਹੜਾ ਤੁਹਾਡੇ ਤਰਫ ਨਾਜ਼ਲ ਹੋਇਆ। ਔਰ ਵਮਾ ਉਨਜ਼ਿਲਾ ਮਿਨ ਕਬਲਿਕ, ਜਿਹੜਾ ਤੁਹਾਡੇ ਤੋਂ ਪਹਿਲੇ ਨਾਜ਼ਲ ਹੋਇਆ ਉਹਦੇ ਤੇ ਫਿਰ ਜ਼ਾਹਿਰ ਆ ਉਹ ਪਹਿਲੇ ਈਮਾਨ ਰੱਖਦੇ ਆ। ਵਲ ਮੁਕੀਮੀਨ ਅਸਲਾਹ, ਔਰ ਉਹ ਨਮਾਜ਼ ਕਾਇਮ ਕਰਦੇ ਆ, ਤੁਹਾਡੇ ਤੇ ਈਮਾਨ ਲਿਆ ਕੇ ਵੀ ਕਾਇਮ ਕਰਨਗੇ। ਵਲ ਮੂਤੂਨ ज़का, ਜ਼ਕਾਤ ਦਿੰਦੇ ਆ, ਪਹਿਲੇ ਵੀ ਦਿੰਦੇ ਆ, ਔਰ ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੁਹਾਡੇ ਤੇ ਈਮਾਨ ਲਿਆ ਕੇ ਵੀ ਦੇਣਗੇ। ਵਲ ਮੁਅਮਿਨੂਨ ਬਿल्लाह ਵਲ ਯੌਮਿਲ ਆਖਿਰ, ਔਰ ਉਹ ਅੱਲਾਹ ਔਰ ਆਖਰਤ ਦੇ ਦਿਨ ਦੇ ਉੱਤੇ ਈਮਾਨ ਰੱਖਦੇ ਆ। ਉਲਾਇਕ ਸਨੁਤੀਹਿਮ ਅਜਰਨ ਅਜ਼ੀਮਾ, ਤੇ ਇਹੀ ਉਹ ਲੋਕ ਆ ਜਿਨ੍ਹਾਂ ਨੂੰ ਅੱਲਾ ਬਹੁਤ ਜਲਦ ਬਹੁਤ ਬੜਾ ਅਜਰ ਵੀ ਦੇ ਦੇਗਾ। ਇਨਾ ਹੋਈਨਾ ਇਲੈਕਾ ਕਮਾ ਹੋਈਨਾ ਇਲਾ ਨੂਹਿਮ व नबीयीन मिन बाद, ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਬੇਸ਼ੱਕ ਅਸੀਂ ਤੁਹਾਡੀ ਤਰਫ ਇਹ ਵਹੀ ਕੀਤੀ ਹੈ, ਇਹ ਕੁਰਾਨ ਜਿਹੜਾ ਇਹ ਵਹੀ ਕੀਤੀ ਹੈ ਜਿੱਦਾਂ ਅਸੀਂ ਕਦੀ ਵਹੀ ਕੀਤੀ ਸੀ ਨੂਹ अलैहिस्सलाम ਦੀ ਤਰਫ, ਔਰ ਉਹਨਾਂ ਤੋਂ ਬਾਅਦ ਵੀ ਕਈ ਨਬੀਆਂ ਦੀ ਤਰਫ ਵਹੀ ਕੀਤੀ। व औहयना इला इब्राहीमा व इस्माईला व इसहाक, ਔਰ ਅਸੀਂ ਵਹੀ ਕਰਦੇ ਰਹੇ ਇਸੇ ਤਰ੍ਹਾਂ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ अलैहिस्सलाम, ਔਰ ਉਹਨਾਂ ਦੀ ਨਸਲ ਦੇ ਵਿੱਚ ਕਈ ਪੈਗੰਬਰਾਂ ਦੇ ਉੱਤੇ, व ईसा व अय्यूबा व यूनुसा व हारूना व सुलेमान, इसी तरह ईसा अलैहिस्सलाम, अय्यूब अलैहिस्सलाम, यूनुस अलैहिस्सलाम, हारून अलैहिस्सलाम और सुलेमान अलैहिस्सलाम, ਉਹਨਾਂ ਦੀ ਤਰਫ ਵੀ ਵਹੀ ਕਰਦੇ ਰਹੇ। ਯਾਨੀ ਇਹਨਾਂ ਨੂੰ ਹੈਰਤ ਹੁੰਦੀ ਹੈ, ਕਹਿੰਦੇ ਆ ਕਿ ਜੀ ਮੂਸਾ अलैहिस्सलाम ਦੀ ਤਰ੍ਹਾਂ ਦੀ ਤੁਸੀਂ ਕਿਉਂ ਨਹੀਂ ਵਹੀ ਲੈ ਕੇ ਆਏ, ਲਿਖਾ ਕੇ ਕਿਉਂ ਨਹੀਂ ਲਿਆਏ ਜਿਵੇਂ ਤੌਰਾਤ ਲਿਖੀ ਆਈ ਸੀ। ਫਰਮਾਇਆ ਜਿੱਦਾਂ ਅਸੀਂ ਤੁਹਾਡੇ ਵੱਲ ਵਹੀ ਕੀਤੀ ਆ, ਕਿੰਨੇ ਪੈਗੰਬਰਾਂ ਵੱਲ ਅਸੀਂ ਵਹੀ ਕੀਤੀ ਹੈ, ਉਹ ਬਨੀ ਇਸਰਾਈਲ ਦੇ ਪੈਗੰਬਰ ਸੀ। व आतैना दाऊद ज़बूरा, दाऊद अलैहिस्सलाम ਨੂੰ ਅਸੀਂ ਜ਼ਬੂਰ ਅਤਾ ਕੀਤੀ। व रुसुलन क़द क़ससनाहुम अलैका मिन क़ब्ल, मुहम्मद सल्लल्लाहु अलैहि वसल्लम ਉਹ ਵੀ ਸਾਡੇ ਰਸੂਲ ਹੀ ਸੀ ਜਿਨ੍ਹਾਂ ਦੇ ਬਾਰੇ ਚ ਅਸੀਂ ਤੁਹਾਨੂੰ ਪਹਿਲੇ ਮਤਲਬ ਆ ਕਿ ਇਸ
ਕੁਰਾਨ ਦੇ ਵਿੱਚ ਦੱਸ ਦਿੱਤਾ ਕਿ ਇਹ ਯਾਨੀ ਰਸੂਲਾਂ ਦਾ ਜ਼ਿਕਰ ਕਰ ਦਿੱਤਾ। वरुसुलन लम नक़सुसहुम अलैक, और कई रसूल है ऐसे जिन्हां दा असीं तुहाडे उत्ते जिक्र नहीं कीता। जिद्दां कहंदे कुरान दे विच पैगंबर ते कमो बेश रवायत दे च आउंदे आ कि कोई 1.25 लाख आए है ना, ते कुरान च तां चंद नाम। वकल्लम अल्लाह मूसा तकलीमा, और उन्हां दे विच बड़ी शान सी मूसा अलैहिस्सलातु वस्सलाम दी कि अल्लाह ने उन्हां नाल कलाम कीता। रुसुला मुबशरीन व मुंदिरीन, और ये रसूल आंदे रहे खुशखबरियां देण वास्ते और वार्निंग देण वास्ते, तंबी है, डराना। मतलब की है कि अल्लाह ताला ने नबी सल्लल्लाहु अलैहि वसल्लम को फरमाया कि असी तुहानू नज़ीर और बशीर बना के भेजा। इन्ना अरसलना का शाहिदम व मुबशरम व नज़ीरा, मुबशर और नज़ीर। मुबशर है खुशखबरी देने वाला कि मेरे ते ईमान लाओ, अल्लाह नू पहचान लो, ए किताब नू पकड़ लो, ऐस रस्ते ते चलो ते जन्नत लै लो। इनू कहंदे खुशखबरी, कामयाब हो जाओ। और दूसरी तरफ यह है कि अगर ये मुखालफ चलोगे, नाकदरी करोगे, मेरा कुफर करोगे, अल्लाह दा कुफर करोगे, तो फिर तुहाडे वास्ते जहन्नम होएगी। और वो जहन्नम का फिर थां थां कुरान च जिक्र है, यानी डराण वाले, जहन्नम तो डराण वाले बना के, ताकि क्यों अगे दसिया ले अल्लाह यकून लिन्नास अलल्लाहि हुज्जतुम बादर रसुल, और ताकि लोकां दे कोल कोई दलील ना रवे अल्लाह दे हाँ आके रसूलां दे आ जाण तो बाद। यानी रसूल आ गए और रसूलों ने उन्होंने बशारतां भी दे दित्तियां और तंबीहां भी कर दित्तियां, नज़ीर और बशीर दी शान मुकम्मल करके उन्होंने दस दिता कामयाबी का रस्ता भी और जहन्नम का रस्ता भी, जन्नत का रस्ता भी समझा दिता। हुण जदों अल्लाह दे कोल पहुंचणगे ते कोई गल नहीं कर सकणगे। अल्लाह कहंदा कि मैं रसूलां नूं भेजिया ये उज़र खत्म करने वास्ते, हुज्जत कायम करने वास्ते। हुण ज़ाहिर है रसूल चले गया ते उदों अगे हुज्जत किहने कायम करनी है? जिन जेड़े रसूल ते ईमान लिया है। ते जे हुज्जत कायम नहीं हो रही, नहीं कर रहे, अल्लाह ने जिन्नी किसी नूं जिंदगी दिती है, जिन्ना किसी नूं वक़्त दिता, जिन्नियां कितियां सलाहियतां दित्तियां, जितने किसी नूं वसाइल दिते है, जितनी किसी नूं जहानत दिती है, जितनी किसी नूं उम्र दिती है, उहदे हिसाब नाल हर बंदे को अल्लाह ने पुछ लेना कि मुहम्मद रसूलुल्लाह सल्लल्लाहु अलैहि वसल्लम नूं मैं इन्ने वसाइल दिते सी, इन्नी दुनिया की जिंदगी दिती सी, ਇੰਨੀਆਂ ਸਲਾਹੀਅਤਾਂ ਦਿੱਤੀਆਂ ਸੀ, ਇੰਨੀਆਂ ਰੁਕਾਵਟਾਂ ਉਹਨਾਂ ਦੇ ਨਾਲ ਸੀ, ਇੰਨੀਆਂ ਉਹਨਾਂ ਨੂੰ ਸਹੂਲਤਾਂ ਸੀ, ਤੇ ਇੰਨੇ ਸਾਲ ਦੇ ਵਿੱਚ ਇੰਨੇ ਸਾਲ ਦਿੱਤੇ ਸੀ ਉਹਨਾਂ ਨੂੰ, ਤੇ ਉਹਨਾਂ ਨੇ ਇੰਨਾ ਕੰਮ ਕੀਤਾ। ਹੁਣ ਤੂੰ ਦੱਸ ਬਈ, ਤੂੰ ਉਮਤੀ ਹੈ, ਤੂੰ ਦੱਸ ਤੂੰ ਕੀ ਕੀਤਾ। ਵਕਾਨ ਅੱਲਾਹੁ ਅਜ਼ੀਜ਼ਨ ਹਕੀਮਾ, ਤੇ ਅੱਲਾਹ ਤਾਲਾ ਗਾਲਿਬ ਹੈ, हिकमत वाला है। लाकिन अल्लाहु यशहद, लेकिन अल्लाह ताला इस बात का गवाह वा, बिमा अनज़ला इलैका अनज़लहु बिइल्म, क्या मोहम्मद सल्लल्लाहु अलैहि वसल्लम जो उसने नाज़िल कीता तुहाडे उत्ते ये कुरान, ये उन्हें अपने इलम दे नाल नाज़िल कीता, यानी ये अल्लाह दे अल्लाह दा इलम है। वल मलाइका तो यशहदून, असल च वो कई कहते सी ना कि मुहम्मद रसूलुल्लाह सल्लल्लाहु अलैहि वसल्लम कोलों बना लेंदे आ, अल्लाह की तरफों वही नहीं आती, तो दसिया ये गल। वल मुलाइका तो यशहदून, और फरिश्ते भी इसते गवाह वा कि अल्लाह का ही कलाम है। वा कफा बिल्लाहि शहीदा, ते अल्लाह कला ही काफ़ी है, अल्लाह नूं होर किसी की गवाही की लोड़ नहीं। जो अल्लाह कहता मैं कह दिता कि मेरा कलाम है, तो फिर गल खत्म हो जानी चाहिए। इन लज़ीना कफरू वसद्दू अन सबीलिल्लाह, बेशक वो लोग जिन्होंने कुफर किया ये अल्लाह दे इस कलाम दा, कद ज़ल्लू ज़लालम बईदा,
ਤੇ ਉਹ ਗੁੰਮਰਾਹ ਹੋਏ ਔਰ ਛੋਟੇ ਮੋਟੇ ਗੁੰਮਰਾਹ ਨਹੀਂ ਹੋਏ, ਜ਼ਲਾਲਮ ਬਈਦਾ, ਔਰ ਗੁੰਮਰਾਹ ਹੋ ਕੇ ਬੜੀ ਦੂਰ ਚਲੇ ਗਏ। ਇਹ ਕੁਰਾਨ ਜਿਹੜਾ ਨਾ ਜੀ, ਇਹਨੂੰ ਪਹੁੰਚਾਉਣਾ ਅੱਗੇ ਸਾਡੀ ਜ਼ਿੰਮੇਵਾਰੀ ਆ। ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਅਲ ਕੁਰਾਨ ਹੁਜਤੁल्लाह का अलैका, ਕੁਰਾਨ ਜਾਂ ਤੁਹਾਡੇ ਹੱਕ ਵਿੱਚ ਹੁਜਤ ਹੋਏਗਾ ਜਾਂ ਤੁਹਾਡੇ ਖਿਲਾਫ ਹੋਏਗਾ। ਅਗਰ ਇਹਦਾ ਹੱਕ ਅਦਾ ਕੀਤਾ, ਇਹ ਅੱਗੇ ਪਹੁੰਚਾਇਆ, ਇਹ ਸ਼ਹਾਦਤ ਦੀ ਜ਼ਿੰਮੇਵਾਰੀ, ਸ਼ਾਹਿਦ ਹੋਣ ਦੀ ਜ਼ਿੰਮੇਵਾਰੀ ਪੂਰੀ ਕੀਤੀ, ਤੇ ਇਹ ਤੁਹਾਡੇ ਹੱਕ 'ਚ ਜਾਏਗਾ, ਵਰਨਾ ਤੁਹਾਡੇ ਖਿਲਾਫ ਜਾਏਗਾ। ਇੱਕ ਹਦੀਸ 'ਚ ਵੀ ਆਉਂਦਾ ਨਾ, ਅਸਿਆਮ ਵਲ ਕੁਰਾਨ ਯਸ਼ਫਾਊਨ ਲਿਲ ਅਬਦ, ਰੋਜ਼ਾ ਔਰ ਕੁਰਾਨ ਜਿਹੜਾ ਬੰਦੇ ਦੀ ਸਿਫਾਰਿਸ਼ ਕਰਨਗੇ। ਤੇ ਇਹ ਸਮਝ ਲਓ, ਉਹ ਕੁਰਾਨ ਜਾਂ ਰੋਜ਼ਾ ਉਸ ਬੰਦੇ ਦੀ ਸਿਫਾਰਿਸ਼ ਕਰਨਗੇ ਜਿਹਨੇ ਉਸ ਕੁਰਾਨ ਦਾ ਹੱਕ ਅਦਾ ਕੀਤਾ ਹੋਏਗਾ। ਔਰ ਸਹਾਬਾ ਦੇ ਬਾਰੇ 'ਚ ਅੱਲਾਹ ਤਾਲਾ ਨੇ ਫਰਮਾਇਆ ਪਿੱਛੇ ਸੂਰਾ ਬਕਰਾ 'ਚ, ਅੱਲਾਜ਼ੀਨਾ ਆਤੈਨਾਹੁਮੁਲ ਕਿਤਾਬ ਯਤਲੂਨਹੁ ਹੱਕਾ ਤਿਲਾਵਤ, ਇਹ ਤੇ ਪੜ੍ਹਦੇ ਆ ਤੇ ਇਸ ਕੁਰਾਨ ਦਾ ਹੱਕ ਅਦਾ ਕਰਦੇ ਆ। ਔਰ ਯਹੂਦੀਆਂ ਦੇ ਬਾਰੇ ਫਰਮਾਇਆ ਸੂਰਾ ਬਕਰਾ 'ਚ ਪਿੱਛੇ, ਵਮਿਨਹੁਮ, ਪਹਿਲੇ ਸਿਫਾਰਿਸ਼ ਦੀਆਂ 'ਚ ਦੱਸ ਰਿਹਾ, ਵਮਿਨਹੁਮ ਉਮਯੂਨ ਲਾ ਯਅਲਮੂਨ ਅਲ ਕਿਤਾਬ, ਔਰ ਇਹਨਾਂ ਦੇ ਵਿੱਚੋਂ ਹੈਗੇ ਆ ਐਸੇ ਈਮਾਨ ਦਾ ਦਾਅਵਾ ਕਰਨ ਵਾਲੇ, ਲਾ ਯਅਲਮੂਨ ਅਲ ਕਿਤਾਬ, ਜਿਨ੍ਹਾਂ ਨੂੰ ਆਪਣੀ ਕਿਤਾਬ ਦਾ ਇਲਮ ਹੀ ਨਹੀਂ ਕਿ ਇਸ ਕਿਤਾਬ ਦੇ ਵਿੱਚ ਅੱਲਾ ਨੇ ਕੀ ਉਹਨਾਂ ਨੂੰ ਆਖਿਆ। ਅੱਜ ਇਹ ਹਾਲ ਮੁਸਲਮਾਨਾਂ ਦਾ ਹੋ ਗਿਆ। इन लजीना कफरू व ज़लमू, और बेशक वो लोग जिन्होंने कुफर किया और जुल्म किया, यानी एक कुफर बहुत बड़ा जुल्म है, और ख़ास तौर से जो ईमान वाला होके करे तो फिर तो बहुत बड़ी नाशुक्री है। लम यकुनिल्लाहु लियग़फ़िर लहुम, ते अल्लाह नहीं है इन्हों माफ़ करने वाला, वला लियहदियहुम तरीका, और ना अल्लाह ताला इन्हों सीधी राह लाएगा। इस वास्ते कि ये तो मतलब है कि आप मुसलमान होंदे होए इदां दे काम करन लग पे ना, इला तरीका जहन्नम, बस इन्हां वास्ते ते जहन्नम दा रस्ता है, खालिदीन फीहा अबदा, और उत्थे रहणगे हमेशा, उस पासे टोरेगा इन्हां। वकान ज़ालिका अल्लाह यसीरा, और अल्लाह वास्ते ये कोई औखा नहीं, भावें सारी ज़मीन दे लोग ही ये काम कर लैन। उस गालबन अस पिछे पढ़िया या अगे आ जाएगा कि अल्लाह ताला चाहे तो सारे लोगों को खत्म कर दे, तो अल्लाह ने जमीन आबाद करनी तो होर पैदा कर लेगा। कोई ज़रूरी नहीं हैगा अल्लाह वास्ते जी फलाने ए कौम ए कबीला ना मारा। वकान ज़ालिका अल्लाह यसीरा, और अल्लाह वास्ते बड़ा सौखा जाई काम है। या युहन्नास लोगो कद जाकुमुर रसूल बिल हक मिर रब्बिकुम, लोगो तुहाडे कोल रसूल आ गया तुहाडे रब वालों हक दे नाल, हक लैके आया मुहम्मद रसूलुल्लाह सल्लल्लाहु अलैहि वसल्लम तुहाडे कोल, फआमिनु खैरल लकुम, ते हुण भावें तुसीं यहूदी हो ईसाई हो कोई भी हैगे हो या मुलहद हो, ते तुसीं ईमान लियाओ ते तुहाडी खैरियत है, फिर ही तुहाडे वास्ते खैर है। हुण ये देखो इत्थे सिर्फ रसूल दे उत्ते ईमान की गल की जा रही है। कई कह देंगे ना कि पिछे भी आया कि असी किसी नूं मन्नांगे, किसी रसूल नूं मन्नांगे, किसी नूं नहीं मन्नांगे। इत्थे दस्सिया जा रहा कि हुण खैरियत मुहम्मद और रसूलुल्लाह सल्लल्लाहु अलैहि वसल्लम नूं रसूल मनन च है। तुसीं अल्लाह नूं मनदे रहो, रसूल नूं ना मनो तो फिर कोई खैरियत नहीं। व इन तकफुरू, तो फिर अगर तुसी रसूल नूं नहीं मनोगे, फ़इन्न लिल्लाहि मा फिस समावाति वल अर्द, ते अल्लाह दा ही है फिर जो कुछ है आसमान से, यानी फिर असल हाकम कौन है? वो तो अल्लाह है। ते तुसी असल हाकम दी गल नहीं मनोगे ना, तो फिर तुसी आप समझ लो कि वो असल हाकम ਉਹਦੀ किन्नी ताकत है, किन्नी कुदरत है, वो तुहाडा की विगाड़ सकता है ते की भला कर सकता है। वकान अल्लाह अलीमन हकीमा, और अल्लाह ताला नू इलम है कि किने अल्लाह दी गल मन्नी, किने अल्लाह दे रसूल दा इनकार किया और किने नहीं किया, किने नाकदरी की, किने कदर की।
ਔਰ ਉਹ ਹਿਕਮਤ ਵਾਲਾ ਤੁਹਾਨੂੰ ਇਸ ਵੇਲੇ ਤਾਂ ਨਹੀਂ ਫੜਦਾ ਔਰ ਮੋਹਲਤ ਦਿੰਦਾ, ਇਹ ਉਹਦੀ ਹਿਕਮਤ ਹੈ। ਅਲਬત્ਤਾ ਫੜਨਾ ਉਹਨੇ ਹੈ। या अहलल किताब ला तगलू फी दीनिकुम, अहले किताब ਗੁਲੂ ਨਾ ਕਰਿਆ ਕਰੋ, ਵੱਧ ਘੱਟ ਗੱਲਾਂ ਕਰ ਕਰਕੇ ਜਿਹੜਾ ਨਾ ਉਹ ਜਿੱਦਾਂ ਪੀਰਾਂ ਦੇ ਬਾਰੇ ਦੇ ਵਿੱਚ ਆਪਣੇ ਕੋਲੋਂ ਬਣਾ ਮੁਜਜ਼ੇ ਕਰਾਮਤਾਂ, ਫਲਾਨਾ ਪੀਰ ਜਿਹੜਾ ਉਹ ਐਦਾਂ ਕਰਦਾ ਰਿਹਾ, ਐਦਾਂ ਕਰਦਾ ਰਿਹਾ, ਉਹ ਜਿਹੜਾ ਨਾ ਉਹ ਪਤਾ ਨਹੀਂ ਕਿੱਥੋਂ ਇਹ ਗੱਲਾਂ ਇਹਨਾਂ ਨੂੰ ਲੱਭ ਗਈਆਂ ਔਰ ਕਿੱਥੋਂ ਇਹਨਾਂ ਨੇ ਕਰ ਲਈਆਂ ਤੇ ਬਸ ਉਹ ਜਿਹੜਾ ਨਾ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਨੇ ਫਰਮਾਇਆ ਨਾ ਕਿ ਨਬੀ ਸੌਂ ਵੀ ਜਾਵੇ ਤਾਂ ਉਹਦਾ ਵਜ਼ੂ ਨਹੀਂ ਟੁੱਟਦਾ। ਇਹ ਹੁਣ ਆਪਣੇ ਆਪ ਨੂੰ ਉੱਦਾਂ ਬਣਾਉਂਦੇ ਆ ਕਿ ਅਸੀਂ ਜੀ 40 ਸਾਲ ਫਜਰ ਦੀ ਨਮਾਜ਼, ਫਜਰ ਦੇ ਵਜ਼ੂ ਨਾਲ ਇਸ਼ਾ ਦੀ ਨਮਾਜ਼ ਵੀ ਪੜ੍ਹ ਲਈ ਤੇ ਐਦਾਂ ਵੀ ਕਰ ਲਿਆ। ਤੇ ਉਹ ਜਿੰਨਾ ਚਿਰ ਇੱਦਾਂ ਦਾ ਝੂਠ ਬਣਾਉਣ ਨਾ ਤੇ ਪੀਰ ਪੱਕਾ ਨਹੀਂ ਹੁੰਦਾ। ਇਹ ਲਾਜ਼ਮੀ ਹਰ ਪੀਰ ਦੇ ਨਾਲ ਕਿਤਾਬਾਂ ਭਰੀਆਂ ਹੋਈਆਂ, ਕਈ ਕੁਛ ਬਣਾਇਆ ਤੇ ਝੂਠ ਉਹਦੇ ਮੂੰਹ ਤੇ ਮਲਿਆ। ਉਹ ਅੱਲਾ ਜਾਣੇ ਪੀਰ ਇੱਦਾਂ ਦਾ ਹੈ ਸੀ ਜਾਂ ਨਹੀਂ ਹੈ ਸੀ, ਬਹਰਹਾਲ ਮਗਰਲਿਆਂ ਨੇ ਤੇ ਸਾਰਾ ਕੁਛ ਕਰ ਛੱਡਿਆ ਨਾ। ਇੱਦਾਂ ਈਸਾਈਆਂ ਨੇ ਕੀਤਾ ਈਸਾ ਦੇ अलैहिस्सलाम ਦੇ ਬਾਰੇ 'ਚ, ਯਾ ਅਹਲਲ ਕਿਤਾਬ ਲਾ ਤਗਲੂ ਫੀ ਦੀਨਿकुम, ਨਾ ਕਰੋ ਆਪਣੇ ਦੀਨ ਦੇ ਵਿੱਚ ਕੋਈ ਗੁਲੂ। ਈਸਾ ਨੂੰ ਅੱਲਾ ਦਾ ਬੇਟਾ ਕਹਿਣ ਲੱਗ ਪਏ। ਵਲਾ ਤਕੂਲੂ ਅਲੱਲਾਹ ਇल्लल हक, ਔਰ ਨਾ ਕਹੋ ਅੱਲਾ ਦਾ ਨਾਂ ਲੈ ਕੇ ਹੱਕ ਤੋਂ ਸਿਵਾ। ਇਹ ਫਿਰ ਜਿੰਨੀਆਂ ਸਾਰੀਆਂ ਗੱਲਾਂ ਕਰਨਗੇ ਨਾ ਇਹਦੇ 'ਚ ਅੱਲਾ ਨੂੰ ਜ਼ਰੂਰ ਲਿਆਉਂਦੇ, ਕਿਉਂਕਿ ਅੱਲਾ ਨੂੰ ਨਹੀਂ ਲਿਆਉਣਗੇ ਫਿਰ ਗੱਲ ਨਹੀਂ ਬਣੇਗੀ। ਅੱਲਾ ਨੇ ਦੇ ਦਿੱਤੀ ਆ ਪੀਰ ਨੂੰ ਇਹ ਕਰਾਮਤ, ਉਹ ਨਾ ਉਹਦਾ ਕੋਈ ਸਬੂਤ ਤੇ ਨਾ ਉਹਦੀ ਕੋਈ ਗੱਲ। इन्नमल मसीह ईसा इब्न मरियम रसूलुल्लाह व कलिमतुह, और बेशक ईसा इब्ने मरियम वो ते अल्लाह दे एक रसूल है और ओदा एक कलमा अल्लाह नहीं है। अल काहा इला मरियम व रूह मिन, और जेड़ा इलका ਕੀਤਾ ਜਾਂਦਾ ਸੀ। ਇਲਕਾ ਦਾ ਮਤਲਬ ਇਹ ਹੈ ਕਿ ਜਿਹੜਾ ਤੁਸੀਂ ਸਮਝ ਲਓ ਸਿੱਟਿਆ ਗਿਆ। ਜਿੱਦਾਂ ਇਹ ਮੈਂ ਗੱਲ ਕਰਦਾ ਵਾਂ ਤੇ ਇਹ ਗੱਲ ਜੇ ਅਲਫਾਜ਼ ਗਾਂ ਨੂੰ ਸਿੱਟਦਾ ਨਾ, ਬਸ ਇੱਦਾਂ ਸਮਝ ਲਓ ਤੁਸੀਂ। ਜਿੱਦਾਂ ਕੁਨ, ਹੁਣ ਇਹ ਮੇਰੀ ਮੂੰਹ ਚੋਂ ਅਲਫਾਜ਼ ਨਿਕਲਿਆ ਤੇ ਗਾਂ ਨੂੰ ਗਾਇਆ ਨਾ ਜ਼ੋਰ ਨਾਲ ਕੁਨ, ਤੇ ਇਹ ਅਲਫਾਜ਼ ਮੈਂ ਸਿੱਟ ਦਿੱਤੇ, ਸਮਝ ਲਓ। ਬਸ ਇੱਦਾਂ ਜਿਹੜਾ ਮਰੀਅਮ ਸਲਾਮੁਨ ਅਲੈਹਾ ਦੀ ਤਰਫ ਜਿਹੜਾ ਨਾ ਭੇਜਿਆ ਗਿਆ, ਕਹਿ ਲਓ ਚਲੋ, व रूह मिन्हु, और अल्लाह ताला दी तरफों एक रूह है। ये है ईसा अलैहिस्सलाम दी हकीकत। फ़आमिनु बिल्लाहि व रसूले, ते ईमान लियाओ अल्लाह ते और ओदे रसूल ते, यानी मुहम्मद सल्लल्लाहु अलैहि वसल्लम जेड़ी गल सुनाते हैं ना, ये ते ईमान लियाओ। वला तकूलू सलासा, और ना ये कहो कि जेड़ा ना वो तीन खुदा वा। वो फिर तसलीस का अकीदा सी ना, हौली हौली बनादियां फिर इदां ही चीज़ां बनदियां कि पहला ईसा अलैहिस्सलाम, फिर विच मरियम सलामुन अलैहा, फिर जिब्राइल नूं शामिल कर लिया और किसी ने अल्लाह नूं शामिल कर लिया। ये इदां दियां ये कई रौले हैं इन्हां दे, ये शिरक इदां दा। इंतहू खैरल लकुम, बाज आ जाओ, यही तुहाडे वास्ते खैर आ। इन्नमल्लाहु इलाहुम वाहिद, बेशक अल्लाह ताला ते कल्ला ही है, ओदा कोई शरीक नहीं। सुबहानहू अन यकून लहू वलद, और ओ पाक है इस कमजोरी तो, इस जरूरत तो। ये मैं कई दफा दस चुकिया कि औलाद माँ बाप की कमजोरी हुंदी है। तुसी कई दफा देखो कि बाज़ औकात तुहाडा बेटा जिहड़ा ना वो तुहाडे सामने अखां कढ लैंदा है, और असी दरगुजर करना मजबूरी साडी बन जाती है बच्चे माँ बाप की, ठीक है ना। तो इस तरीके दे नाल कदी तुसी देखो कि माँ बाप या खास तौर से बाप
ਜਿਸ ਵੇਲੇ ਉਹ ਬੁੱਢਾ ਹੋ ਜਾਂਦਾ, ਅੱਲਾ ਉਹਨੂੰ ਲੰਮੀ ਜ਼ਿੰਦਗੀ ਦੇਵੇ, ਪਿੱਛੋਂ ਉਹਦਾ ਪੁੱਤਰ ਹੋਵੇ, ਬੇਟਾ ਹੋਵੇ ਜਾਂ ਬੇਟੇ ਹੋਣ, ਉਹ ਬੇਟੇ ਵੱਡੇ ਹੋ ਜਾਂਦੇ ਆ, ਬੇਟਿਆਂ ਦੀਆਂ ਵੀ ਸ਼ਾਦੀਆਂ ਹੋ ਗਈਆਂ, ਹੁਣ ਬੇਟਿਆਂ ਦੇ ਅੱਗੇ ਬੱਚੇ ਹੋਣ ਲੱਗ ਪਏ, ਤੇ ਬੱਚਿਆਂ ਨੂੰ ਅਹਿਸਾਸ ਹੋਣ ਲੱਗ ਪੈਂਦਾ ਕਿ ਇਹ ਬਾਪ ਜਿਹੜਾ ਨਾ, ਇਹ ਸਾਨੂੰ ਹਿੱਸਾ ਦੇਵੇ। ਔਰ ਮਤਲਬ ਇਹ ਹੈ ਕਿ ਜੇ ਬਾਪ ਨਹੀਂ ਮਰਦਾ, ਲੰਮੀ ਉਮਰ ਆ, ਤੇ ਉਹ ਬਾਪ ਨੂੰ ਮਜਬੂਰ ਕਰ ਦਿੰਦੇ ਆ ਕਿ ਤੂੰ ਸਾਨੂੰ ਹਿੱਸਾ ਦੇ। ਇਹ ਅੱਲਾ ਦਾ ਅਗਰ ਕੋਈ ਪੁੱਤਰ ਹੁੰਦਾ ਤਾਂ ਉਹ ਅੱਲਾ ਨੂੰ ਮਜਬੂਰ ਨਾ ਕਰਦਾ। ਦੁਨੀਆ ਦੇ ਉੱਤੇ ਤੁਸੀਂ ਦੇਖੋ ਨਾ ਕਿ ਸ਼ਾਹਜਹਾਨ ਜਿਹੜਾ ਸੀਗਾ ਬਾਦਸ਼ਾਹ, ਉਹਦੇ ਪੁੱਤਰਾਂ ਨੇ ਫਿਰ ਉਹਨੂੰ ਮਜਬੂਰ ਕਰ ਦਿੱਤਾ ਨਾ, ਬਲਕਿ ਬਾਅਦ ਵਿੱਚ ਤਾਂ ਫਿਰ ਜਿਹੜਾ ਨਾ ਉਹ ਮਾਰੀ ਗਿਆ ਕੈਦ ਵਿੱਚ, ਤੇ ਉਹਦੇ ਕੋਲ ਲੈ ਲਈ, ਠੀਕ ਹੈ ਨਾ, ਇਹ ਇਦਾਂ ਬਾਦਸ਼ਾਹੀ ਲੈ ਲਈ ਉਹਦੇ ਕੋਲੋਂ। ਤੇ ਇਹ ਇਸੇ ਤਰ੍ਹਾਂ ਹੁੰਦੀ ਹੈ। ਅੱਲਾ ਸਭ ਤੋਂ ਜ਼ਿਆਦਾ ਬੰਦਾ ਬੇਬਸ ਹੁੰਦਾ ਪੁੱਤਰ ਦੇ ਸਾਹਮਣੇ, ਧੀ ਦੇ ਸਾਹਮਣੇ। ਫਿਰ ਮਾਂ ਬਾਪ ਵੀ ਮਜਬੂਰ ਕਰ ਲੈਂਦੇ ਆ, ਫਿਰ ਇਹ ਆ ਕਿ ਕੋਈ ਭੈਣ ਭਰਾ ਵੀ ਮਜਬੂਰ ਕਰ ਲੈਂਦੇ ਆ, ਤੇ ਫਿਰ ਇਹ ਆ ਕਿ ਕੋਈ ਬਰਾਬਰੀ ਦਾ ਬੰਦਾ ਹੋਵੇ ਨਾ, ਜਿਹਨੂੰ ਕਹਿੰਦੇ ਆ ਇਹ ਬਰਾਬਰ ਦਾ ਬੰਦਾ ਹੈ। ਮਿਸਾਲ ਦੇ ਤੌਰ ਦੇ ਉੱਤੇ, ਇੱਕ ਮਕਾਮ ਦੇ ਉੱਤੇ ਮੈਂ ਇੱਕ ਬਿਜ਼ਨਸ ਕਰਦਾ, ਮੇਰੀ ਟਰਾਂਸਪੋਰਟ ਆ, ਮੇਰੀਆਂ ਬੱਸਾਂ ਚੱਲਦੀਆਂ, ਦੂਸਰਾ ਟਰਾਂਸਪੋਰਟਰ ਵੀ ਉੱਥੇ ਚਲਾਉਂਦਾ, ਠੀਕ ਹੈ ਨਾ। ਹੁਣ ਮੈਂ ਉਸ ਟਰਾਂਸਪੋਰਟਰ ਦਾ ਲਿਹਾਜ਼ ਕੀਤਿਆਂ ਬਗੈਰ ਕਾਰੋਬਾਰ ਨਹੀਂ ਕਰ ਸਕਦਾ, ਕਿਉਂਕਿ ਉਹ ਮੇਰੇ ਬਰਾਬਰ ਦਾ, ਲਿਹਾਜ਼ਾ ਮੈਂ ਉਹਦਾ ਖਿਆਲ ਕਰਾਂਗਾ, ਉਹ ਮੇਰਾ ਕਰੇਗਾ। ਜਿੱਦਾਂ ਸਿਆਸਤਦਾਨ ਹੈ, ਭਾਵੇਂ ਉਹ ਕਿਸੇ ਪਾਰਟੀ 'ਚ ਹੋਣ, ਦੂਸਰੇ ਸਿਆਸਤਦਾਨ ਉਹਨਾਂ ਦਾ ਖਿਆਲ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੱਥੇ ਸਾਡੀ ਅਸੀਂ ਵੀ ਸਿਆਸਤ ਕਰ ਸਕਦੇ ਹਾਂ, ਤੇ ਇਹਨਾਂ ਦਾ ਇੱਦਾਂ ਹੀ ਕਰ ਸਕਦੇ ਹਾਂ, ਭਾਵੇਂ ਅਸੀਂ ਹੁਕੂਮਤ 'ਚ ਤੇ ਭਾਵੇਂ ਅਸੀਂ ਆਪੋਜੀਸ਼ਨ 'ਚ। ਤੋ ਅੱਲਾਹ ਤਾਲਾ ਨੇ ਸੂਰਾ ਇਖਲਾਸ ਦੱਸਿਆ ਵੀ ਕੋਈ ਨਹੀਂ ਹੈਗਾ ਮੇਰਾ, ਨਾ ਮਾਂ ਨਾ ਪਿਓ ਨਾ ਔਲਾਦ, ਨਾ ਕੋਈ ਮੇਰਾ ਬਰਾਬਰੀ ਦਾ ਕੋਈ ਨਹੀਂ ਹੈਗਾ, ਜਿਹਨੇ ਆ ਕੇ ਮੈਨੂੰ ਯਾਨੀ ਮਜਬੂਰ ਕਰਨਾ। ਇਹਦਾ ਮਤਲਬ ਇਹ ਹੈ ਕਿ ਔਲਾਦ ਜਿਹੜੀ ਹੈ ਉਹ ਉਸ ਦੇ ਹਵਾਲੇ ਨਾਲ ਬਾਪ ਦੇ ਵਿੱਚ ਮਜਬੂਰੀ ਹੁੰਦੀ ਹੈ, ਜਾਂ ਬਾਪ ਦੇ ਵਿੱਚ ਕਮਜ਼ੋਰੀ ਹੁੰਦੀ ਹੈ। ਅੱਲਾ ਦੇ ਵਿੱਚ ਕੋਈ ਕਮਜ਼ੋਰੀ ਨਹੀਂ, ਕਿਸੇ ਦਾ ਕਿਸੇ ਦਾ ਅੱਲਾਹ ਤਾਲਾ ਨੂੰ ਕੋਈ ਮਸਲਾ ਨਹੀਂ। ਫਰਮਾਇਆ ਸੁਬਹਾਨਹੁ ਅਨ ਯਕੂਨ ਲਹੂ ਵਲਦ, ਉਹ ਇਸ ਕਮਜ਼ੋਰੀ ਤੋਂ ਪਾਕ ਹੈ ਕਿ ਉਹਦੀ ਔਲਾਦ ਹੋਵੇ ਜਾਂ ਉਹਦਾ ਬੇਟਾ ਹੋਵੇ, ਜਿਹੜਾ ਉਹਨੂੰ ਮਜਬੂਰ ਕਰੇ, ਜਿਹੜਾ ਉਹ ਹਿੱਸਾ ਮੰਗੇ। ਲਹੂ ਮਾ ਫਿ ਸਮਾਵਾਤ व मा फिल अर्द, ਔਰ ਉਹਦਾ ਕੱਲੇ ਦਾ ਹੀ ਹੈ ਆਸਮਾਨ ਔਰ ਜ਼ਮੀਨ ਦੇ ਉੱਤੇ, ਔਰ ਇਹਦੇ ਦਰਮਿਆਨ ਜੋ ਕੁਛ ਹੈ, ਉਹ ਕੱਲਾ ਹੀ ਮਾਲਿਕ ਹੈ, ਕੱਲਾ ਹੀ ਹਾਕਮ ਹੈ, ਔਰ ਕੱਲਾ ਹੀ ਰਵੇਗਾ। ਵਕਫਾ ਬਿल्लाहि ਵਕੀਲਾ, ਔਰ ਅੱਲਾਹ ਤਾਲਾ ਆਪਣੇ ਕੰਮ, ਇਹ ਆਪਣੀ ਹੁਕੂਮਤ ਚਲਾਉਣ ਵਾਸਤੇ ਕਾਫੀ ਹੈ, ਕਾਫੀ ਹੈ ਸਿੱਧੇ ਕੰਮ ਕਰਨ ਵਾਸਤੇ। ਉਹ ਤੁਹਾਡੀ ਤਰ੍ਹਾਂ ਮਜਬੂਰ ਨਹੀਂ ਕਿ ਸਾਡੇ ਤਾਂ ਹੁਣ ਮਸਲਾ ਇਹ ਬਣ ਜਾਂਦਾ ਕਿ ਬੱਚਾ ਪੁੱਤਰ ਨਾ ਜੰਮੇ ਤੇ ਬੰਦਾ ਕਹਿੰਦਾ ਮੈਂ ਪੂਰਾ ਹੀ ਨਹੀਂ ਹੋਇਆ। ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦਾ, ਵਿਚਾਰੇ ਪਤਾ ਨਹੀਂ ਕੀ ਕਰਦੇ ਆ, ਔਰ ਬੜੇ ਬੜੇ ਜਿਹੜਾ ਨਾ ਉਹ ਕਹਿਣ ਵਾਲੇ ਕਿ ਜੀ ਅਸੀਂ ਨਹੀਂ ਮੰਨਦੇ ਕਿਸੇ ਪੀਰ ਨੂੰ, ਤੇ ਅਸੀਂ ਨਹੀਂ ਕਿਸੇ ਫਲਾਣੇ ਨੂੰ ਮੰਨਦੇ, ਤੇ ਜਦੋਂ ਔਲਾਦ ਨਹੀਂ ਹੁੰਦੀ ਤੇ ਉਹ ਫਿਰ ਜਾ ਕੇ ਪੀਰਾਂ ਕੋਲ ਵੀ ਮੰਗਣ ਲੱਗ ਪੈਂਦੇ ਆ। फरमाया लन यस्तनकिफल मसीह अन यकून अब्दन लिल्लाह, ਮਸੀਹ अलैहिस्सलाम ਨੂੰ ਇਹਦੇ ਵਿੱਚ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਕਿ ਉਹਨੂੰ ਕੋਈ ਅੱਲਾ ਦਾ ਬੰਦਾ ਕਵੇ। ਹੁਣ ਇਹ ਦੇਖੋ, ਯਾਨੀ ਤੁਸੀਂ ਉਹਨੂੰ ਅੱਲਾ ਬਣਾਇਆ ਵਾ, ਤੇ ਜਦੋਂ ਕਿ ਮਸੀਹ ਕੌਣ ਹੈ? ਅੱਲਾ ਦਾ ਬੰਦਾ। ਮੁਹੰਮਦ ਔਰ ਰਸੂਲullah सल्लल्लाहु अलैहि वसल्लम ਅੱਲਾ ਦੇ ਬੰਦੇ, ਸਭ ਅੱਲਾ ਦੇ ਬੰਦੇ ਆ। ਬੰਦਾ ਔਰ ਅੱਲਾ, ਇਹ ਬਿਲਕੁਲ ਇੱਕ ਸਮਝ ਲਓ ਕਿ ਜਿੱਦਾਂ ਇੱਕ ਆਕਾ ਤੇ ਇੱਕ ਗੁਲਾਮ ਹੁੰਦਾ, ਠੀਕ ਹੈ ਨਾ।
ਹੁਣ ਗੱਲ ਇਹ ਹੈ ਵੀ ਅਗਰ ਗੁਲਾਮ ਜਿਹੜਾ ਹੈ ਉਹਨੂੰ ਨੌਕਰ ਜਿਹੜਾ ਹੈ ਬਿਲ ਫਰਜ਼ ਇੱਕ ਮਾਲਕ ਹੈ ਔਰ ਉਹਦਾ ਇੱਕ ਨੌਕਰ ਹੈ, ਨੌਕਰ ਨੂੰ ਇਹ ਬੇਇੱਜ਼ਤੀ ਲੱਗਣ ਲੱਗ ਪਵੇ ਕਿ ਇਹ ਮੈਨੂੰ ਨੌਕਰ ਕਹਿ ਕੇ ਬੁਲਾਉਂਦਾ ਹੈ, ਗੁਲਾਮ ਨੂੰ ਬੇਇੱਜ਼ਤੀ ਲੱਗਣ ਲੱਗੇ ਕਿ ਮੈਨੂੰ ਗੁਲਾਮ ਬਣਾ ਕੇ ਗੁਲਾਮ ਕਹਿ ਕੇ ਬੁਲਾਉਂਦਾ ਨਾ ਹੈ, ਜਾਂ ਕਨੀਜ਼ ਨੂੰ ਬੇਇੱਜ਼ਤੀ ਲੱਗਣ ਲੱਗੇ ਕਿ ਇਹ ਮੈਨੂੰ ਕਨੀਜ਼ ਕਹਿ ਕੇ ਕਿਉਂ ਬੁਲਾਉਂਦਾ, ਇਹ ਮੇਰੀ ਬੇਇੱਜ਼ਤੀ ਹੈ। ਅੱਲਾਹ ਤਾਲਾ ਫਰਮਾ ਰਿਹਾ ਕਿ ਇਹ ਤੁਸੀਂ ਜਿਹੜਾ ਨਾ ਉਹ ਈਸਾ अलैहिस्सलाम ਨੂੰ ਅੱਲਾ ਬਣਾ ਦਿੱਤਾ, ਅਲੂਹੀਅਤ ਦੇ ਸ਼ਾਮਲ ਕਰ ਦਿੱਤਾ। ਉਹ ਈਸਾ अलैहिस्सलाम ਨੂੰ ਤੇ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਕਿ ਕੋਈ ਉਹਨੂੰ ਅੱਲਾ ਦਾ ਬੰਦਾ ਕਵੇ, ਅਬਦ ਕਵੇ, ਅੱਲਾ ਦਾ ਗੁਲਾਮ ਕਵੇ। ਉਹ ਇਹਨੂੰ ਬੇਇੱਜ਼ਤੀ ਨਹੀਂ ਸਮਝਦੇ, ਕਿਉਂਕਿ ਇਹ ਹਕੀਕਤ ਹੈ, ਅੱਲਾ ਦੇ ਸਾਹਮਣੇ ਸਭ ਅਬਦ ਹੈ। वल मलाइकतुल मुकर्रबून, और ना किसी बहुत दर्जे वाले फरिश्ते नूं ਇਹਦੇ ਵਿੱਚ ਬੇਇੱਜ਼ਤੀ ਲੱਗਦੀ ਹੈ ਕਿ ਫਰਿਸ਼ਤੇ ਨੂੰ ਜਿਬਰਾਈਲ ਨੂੰ ਅਗਰ ਕੋਈ ਜਿਹੜਾ ਅਬਦੁੱਲਾ ਕਵੇ, ਅੱਲਾ ਦਾ ਬੰਦਾ ਕਵੇ, ਅੱਲਾ ਦਾ ਗੁਲਾਮ ਕਵੇ ਤੇ ਉਹਨੂੰ ਸ਼ਰਮ ਆਵੇ। ਅੱਗੇ ਫਰਮਾਇਆ वमन यस्तनकिफ अन इबादतिही, और जिन्हों अल्लाह दा बंदा या अल्लाह दा गुलाम बनने दे विच बेइज्जती महसूस होवे, या जेड़ा बेइज्जती महसूस करेगा अल्लाह ताला दा बंदा बनने च या अल्लाह दा गुलाम बनने च, अल्लाह दा अबद बनने च, या अल्लाह ताला दी अबदीयत इख्तियार करने च। ये अबदीयत इख्तियार करना इबादत हुंदी है ना, जिदा गुलाम जेड़ा अमल है गुलामी है, ते अबद दा अमल इबादत है। अल्लाह दी मर्जी देखो ना, एक है मैं मेरी मर्जी, एक है मैं ते अल्लाह दी मर्जी तो जरा इधर उधर नहीं हो सकता। फरमाया जिन्हों भी किसी फरिश्ता होवे, कोई पैगंबर होवे, कोई इंसान होवे, जिन्हों शर्म आवे कि मैं अल्लाह दा अबद बनने च उन्होंने शर्म आउंदी है। वमन यस्तनकिफ अन इबादते व यस्तकबिर, और ओदे च आकड़ पैदा हो जाए, तकबर पैदा हो जाए, फसयहशुरुहुम इलैहि जमिया, ते फिर बहुत जल्द ਜਿਹੜਾ ਉਹ ਵਕਤ ਆਉਣ ਵਾਲਾ ਹੈ ਕਿ ਜਦੋਂ ਉਹ ਐਸੇ ਆਕੜਨ ਵਾਲਿਆਂ ਨੂੰ ਔਰ ਐਸੇ ਆਰ ਮਹਿਸੂਸ ਕਰਨ ਵਾਲਿਆਂ ਨੂੰ ਆਪਣੇ ਕੋਲ ਜਮ੍ਹਾਂ ਕਰ ਲਏਗਾ। ਫਾਮਲ ਲਜ਼ੀਨ ਆਮਨੂ, ਮਤਲਬ ਇਹ ਵੀ ਫਿਰ ਉੱਥੇ ਵੇਖ ਲਏਗਾ ਵੀ ਕਿਹੜੀ ਤੇਰੇ ਚ ਆਕੜ ਸੀਗੀ, ਉਹ ਆਕੜ ਕੱਢ ਦੇਗਾ। ਇਹ ਗੱਲ ਅੱਲਾ ਫਰਮਾ ਰਿਹਾ। ਫਾਮਲ ਲਜ਼ੀਨ ਆਮਨੂ ਅਮਿਲੂ ਸਾਲਿਹਾਤ, ਜਿਹੜੇ ਈਮਾਨ ਲਿਆਏ ਔਰ ਉਹਨਾਂ ਨੇ ਚੰਗੇ ਕੰਮ ਕੀਤੇ, ਫਯੁਵੱਫੀਹਿਮ ਉਜੂਰਹੁਮ, तो ਉਹਨਾਂ ਨੂੰ ਉਹਦਾ ਦਾ ਪੂਰਾ ਪੂਰਾ ਅਜਰ ਵੀ ਦੇ ਦੇਗਾ। ਵਯਜ਼ੀਦਹੁਮ ਮਿਨ ਫਜ਼ਲਿ, और अपने फजल चों ਵਧਾ के भी देगा। वामल लजीन अस्तनकफू, और जिन्हों ने अल्लाह ताला दा अबद बनने च ਜਿਹੜਾ या बंदगी दे विच या अल्लाह दे हुक्मां दे ताबे चलन च बेइज्जती महसूस की, वस्तकबरू, और तकबर पै गए, फयुअज़्ज़िबहुम अज़ाबन अलीमा, ते अल्लाह ताला उन्होंने बड़ा दर्दनाक अजाब देवेगा। वला यजिदून लहुम मिन दूनिल्लाहि वलिय्यन वला नसीरा, ते नहीं पाणगे वो अल्लाह के मुकाबले च कोई भी वली, कोई दोस्त, ना कोई मदद करने वाला। या युहन्नास लोगो कद जाकुम बुरहानुम मिन रब्बिकुम, बेशक तुहाडे कोल आ गई है तुहाडे रब वालों एक खुली दलील। व अंदलना इलैकुम नूरम मुबीना, और असी तुहाडे वल वाज़े तौर दे उत्ते जिहड़ा ना वो हदायत रोशनी जिहड़ी है ना वो नाजल कर दिती है। फामल लज़ीना आमनू बिल्लाह, ते जेड़े भी ईमान लैणगे अल्लाह ते, वाह तसमू बिही, और इस रोशनी नाल जेड़ी असी नाजल कीती है, यानी इस कुरान दे नाल मजबूती दे नाल चिंबड़ जाणगे। फसा युदखिलहुम फी रहमत मिन्हु व फज़ल,
ਤੇ ਬਹੁਤ ਜਲਦੀ ਅੱਲਾਹ ਤਾਲਾ ਉਹਨਾਂ ਨੂੰ ਦਾਖਲ ਕਰੇਗਾ ਆਪਣੀ ਰਹਿਮਤ ਦੇ ਵਿੱਚ ਔਰ ਆਪਣੇ ਫਜ਼ਲ ਦੇ ਵਿੱਚ। ਵਯਹਦੀਹਿਮ ਇਲੈਹ ਸਿਰਾਤਾ ਮੁਸਤਕੀਮਾ, ਔਰ ਅੱਲਾਹ ਤਾਲਾ ਉਹਨਾਂ ਦੀ ਰਹਿਨਮਾਈ ਕਰਦਾ ਰਹੇਗਾ ਸਿਰਾਤੇ ਮੁਸਤਕੀਮ ਦੀ ਤਰਫ। ਜਿੰਨਾ ਦੇਰ ਦੁਨੀਆ 'ਚ ਰਹਿਣਗੇ ਤੇ ਅੱਲਾਹ ਉਹਨਾਂ ਨੂੰ ਚਲਾਈ ਰੱਖੇਗਾ ਉਸੇ ਪਾਸੇ। ਯਸਤਫਤੂਨਕਾ, ਔਰ ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਹ ਤੁਹਾਡੇ ਕੋਲੋਂ ਪੁੱਛਦੇ ਆ, ਕੁਲਿल्लाहु युफ्तीकुम फिल कलाला, ਤੇ ਕਹਿ ਦਿਓ ਕਿ ਅੱਲਾਹ ਤਾਲਾ ਤੁਹਾਨੂੰ ਦੱਸਦਾ ਵਾ ਕਲਾਲਾ ਦੇ ਬਾਰੇ ਦੇ ਵਿੱਚ। ਯਾਨੀ ਇਹ ਤੁਹਾਡੇ ਕੋਲ ਪੁੱਛਦੇ ਆ ਕਲਾਲਾ ਦੇ ਬਾਰੇ 'ਚ ਤੇ ਅੱਲਾਹ ਦੱਸਦਾ ਤੁਹਾਨੂੰ ਕਲਾਲਾ ਦੇ ਬਾਰੇ 'ਚ। ਇਹ ਅਸਲ ਦੇ 'ਚ ਉਹ ਪਿੱਛੇ ਜਿਹੜਾ ਨਾ ਅਸੀਂ ਪੜ੍ਹਿਆ ਸੀਗਾ ਇਸੇ ਸੂਰਾ ਨਿਸਾ ਦੇ ਜਿਹੜਾ ਨਾ ਉਹ ਆਗਾਜ਼ ਦੇ ਵਿੱਚ ਨਾ, ਉਹ ਕਲਾਲਾ ਦੇ ਬਾਰੇ 'ਚ ਕੁਛ ਅਹਿਕਾਮਾਤ ਜਿਹੜਾ ਨਾ ਉਹ ਆਏ ਸੀ ਨਾ ਕਿ ਉਹਦੀ ਵਿਰਾਸਤ ਕਿੱਦਾਂ ਤਕਸੀਮ ਹੋਣੀ ਹੈ। ਉੱਥੇ ਜਿਹੜਾ ਜ਼ਿਕਰ ਆਇਆ ਸੀ ਨਾ, ਮੈਂ ਤੁਹਾਨੂੰ ਯਾਦ ਹੋਏਗਾ ਉਹ ਤੁਹਾਨੂੰ ਦੱਸਿਆ ਸੀਗਾ ਕਿ ਇਹ ਉਹਨਾਂ ਭੈਣ ਭਰਾਵਾਂ ਦਾ ਜ਼ਿਕਰ ਹੈ ਜਿਹੜੇ ਮਤਲਬ ਇਹ ਕਿ ਸਿਰਫ ਮਾਂ ਵੱਲੋਂ ਕਲਾਲਾ ਦੇ, ਮਾਂ ਵੱਲੋਂ ਉਹਨਾਂ ਦਾ ਰਿਸ਼ਤਾ ਬਣਦਾ ਵਾ, ਬਾਪ ਉਹਨਾਂ ਦੇ ਅਲੱਗਾ ਵਾ। ਹੁਣ ਇੱਥੇ ਜਿਨ੍ਹਾਂ ਦਾ ਬਾਪ ਵੱਲੋਂ ਰਿਸ਼ਤਾ ਬਣਦਾ ਨਾ ਉਹਨਾਂ ਦਾ ਜ਼ਿਕਰ ਹੈ, ਸਮਝ ਗਿਆ ਨਾ। ਕਲਾਲਾ ਦੇ ਜਿਹੜੇ ਮਤਲਬ ਬਾਪ ਵੱਲੋਂ ਭੈਣਾ ਭਰਾ ਵਾ ਨਾ ਉਹਨਾਂ ਦਾ ਜ਼ਿਕਰ ਇੱਥੇ ਆ ਰਿਹਾ। ਇਨਮਰਾਉਨ ਹਾਲਾਕਾ, ਅਗਰ ਕੋਈ ਮਰਦ ਮਰ ਜਾਂਦਾ ਲੈਸਾ ਲਹੂ ਵਲਦ, ਜਿਹਦੀ ਔਲਾਦ ਨਹੀਂ, ਚूंकि कलाला है ना तो औलाद है नहीं, बीवी है नहीं, माँ बाप भी है नहीं, कलाला ਤਾਂ ਹੀ ਬਣਦਾ। ਵਾਲਾਹੂ ਉਖਤੁਨ, ਅਲਬਤਾ ਉਹਦੀ ਕੋਈ ਭੈਣ ਹੈਗੀ ਆ, ਮਤਲਬ ਪਿਓ ਵੱਲੋਂ ਉਹਦੀ ਕੋਈ ਭੈਣ ਹੈਗੀ ਆ। ਫਲਾਹ ਨਿਸਫ ਮਾ ਤਰਕ, ਤੇ ਉਹਨੂੰ ਅੱਧਾ ਮਿਲ ਜਾਏਗਾ ਉਹਦਾ ਤਰਕਾ। ਲੇਕਿਨ ਦੂਸਰੀ ਤਰਫ ਇਹ ਹੈ ਕਿ ਜੇ ਭੈਣ ਮਰਦੀ ਹੈ ਤੇ ਉਹਦਾ ਇੱਕ ਭੈਣ ਕਲਾਲਾ ਮਰਦੀ ਹੈ ਤੇ ਉਹਦਾ ਇੱਕ ਭਰਾ ਮਰਦਾ ਵਾ, ਵਾਹ ਯਾਰ ਸੋਹਾ, ਤੇ ਉਹ ਭਰਾ ਜਿਹੜਾ ਉਹਦੀ ਪੂਰੀ ਦਾ ਵਾਰਿਸ ਬਣ ਜਾਏਗਾ। ਔਰਤ ਅੱਧੇ ਦੀ ਵਾਰਿਸ ਬਣੇਗੀ, ਭੈਣ ਭਰਾ ਪੂਰੀ ਵਿਰਾਸਤ ਉਹ ਜਿਹੜੀ ਹੈ ਨਾ ਉਹਦਾ ਬਣ ਜਾਏਗਾ ਵਾਰਿਸ। ਇਲਮ ਯकुल ਲਹਾ ਵਲਦ, ਅਗਰ ਉਹ ਮਤਲਬ ਕਲਾਲਾ ਵਾ ਉਹਦੀ ਔਲਾਦ ਨਹੀਂ ਹੈਗੀ ਤੇ ਫਿਰ ਉਹ ਭਰਾ ਹੀ ਸਾਰੀ ਦਾ ਵਾਰਿਸ ਬਣ ਜਾਏਗਾ। ਫਇਨ ਕਾਨ ਤਸਨਤੈਨ, ਫਿਰ ਅਗਰ ਉਹ ਪਹਿਲੇ ਤੇ ਦੱਸਿਆ ਇੱਕ ਲੜਕੀ ਹੈ, ਇੱਕ ਭੈਣ ਹੈ ਤਾਂ ਅੱਧੀ ਮਿਲ ਜਾਊਗੀ। ਲੇਕਿਨ ਅਗਰ ਦੋ ਭੈਣਾਂ ਵਾ ਤਾਂ ਫਇਨ ਕਾਨ ਤਸਨਤੈਨ, ਫਿਰ ਅਗਰ ਉਹ ਦੋ ਆ ਫਾਲਾਹੁ ਮਸੁਲੁਸਾਨ, ਤੇ ਫਿਰ 2/3 ਉਹ ਇਹਨਾਂ ਦੋਨਾਂ ਭੈਣਾਂ 'ਚ ਤਕਸੀਮ ਹੋ ਜਾਏਗਾ। ਮਿਮਾ ਤਰਕ, ਉਸ ਤਰਕੇ ਵਿੱਚੋਂ। ਵਇਨ ਕਾਨੂ ਇਖਵਤਨ ਰਿਜਾਲਮ ਵ ਨਿਸਾ, ਹੁਣ ਅਗਰ ਏਦਾਂ ਵਾ ਕਿ ਉਹਦੇ ਪਿਓ ਵੱਲੋਂ ਭੈਣ ਭਰਾ ਰਲੇ ਮਿਲੇ ਆ, ਭੈਣਾਂ ਵੀ ਹੈਗੀਆਂ ਭਰਾ ਵੀ ਹੈਗੇ ਆ, ਤੇ ਹੁਣ ਉਹ ਸਾਰੀ ਵਿਰਾਸਤ ਤਕਸੀਮ ਹੋ ਜਾਏਗੀ। ਫਲਿਜ਼ਾਕਰ ਮਿਸਲੁ ਹਜ਼ਿਲ ਉਨਥਯੈਨ, ਇਸ ਅਸੂਲ ਨਾਲ ਕਿ ਇੱਕ ਜਿਹੜਾ ਲੜਕਾ ਭਰਾ ਜਿਹੜਾ ਉਹਨੂੰ 2 ਭੈਣਾਂ ਦੇ ਬਰਾਬਰ ਮਿਲ ਜਾਏਗਾ। ਯੁਬੈਨੁੱਲਾਹੁ ਲਕੁਮ ਅਨ ਤਦਿਲੂ, ਔਰ ਅੱਲਾਹ ਤਾਲਾ ਨੇ ਇਹ ਬਿਆਨ ਕਰ ਦਿੱਤਾ ਕਿ ਤੁਸੀਂ ਜਿਹੜਾ ਨਾ ਉਹ ਮਤਲਬ ਇਹ ਹੈ ਕਿ ਕੋਈ ਗੱਲ ਸਮਝ ਨਹੀਂ ਆ ਰਹੀ ਸੀ ਨਾ ਉਸ ਵੇਲੇ, ਤੇ ਇਸੇ ਵਾਸਤੇ ਤਾਂ ਪੁੱਛਿਆ ਉੱਤੇ ਆ ਨਾ ਯਸਤਫਤੂਨਕਾ, ਜਦੋਂ ਕੋਈ ਗੱਲ ਸਮਝ ਨਾ ਆਵੇ ਤੇ ਫਿਰ ਬੰਦਾ ਪੁੱਛਦਾ ਹੈ ਨਾ। ਤੇ ਫਰਮਾਇਆ ਕਿ ਯੁਬੈਨੁੱਲਾਹੁ ਲਕੁਮ ਅਨ ਤਦਿਲੂ, ਔਰ ਤਾਂ ਅੱਲਾਹ ਤਾਲਾ ਨੇ ਕਿਹਾ ਵੀ ਤੁਸੀਂ ਭੁੱਲੇ ਨਾ ਰਹੋ, ਤੇ ਇਸ ਵਾਸਤੇ ਇਹ ਅੱਲਾਹ ਨੇ ਬਿਆਨ ਕਰ ਦਿੱਤੀ ਹੈ। ਵੱਲਾਹੁ ਬਿकुल्ल शैइन अलीम, ਔਰ ਅੱਲਾਹ ਹਰ ਚੀਜ਼ ਦਾ ਇਲਮ ਰੱਖਣ ਵਾਲਾ ਹੈ। ਅਲਹਮਦੁਲਿल्लाह ਸੂਰਾ ਨਿਸਾ ਮੁਕੰਮਲ ਹੋ ਗਈ ਹੈ। ਹੁਣ ਅਗਲੀ ਨਸ਼ਿਸਤ ਜਿਹੜੀ ਹੈ ਨਾ ਜਾਂ ਅਗਲੀ ਮਜਲਿਸ ਦੇ ਵਿੱਚ ਅਸੀਂ ਸੂਰਾ ਮਾਇਦਾ ਤੋਂ ਸ਼ੁਰੂ ਕਰਾਂਗੇ। ਅਕੂਲ ਕੌਲੀ ਹਾਜ਼ਾ ਵਸਤਗਫਿਰਹੁ ਲੀ ਵਲकुम ਵਲਿਸਾਇਰਿਲ ਮੁਸਲਿਮੀਨ ਵਲ ਮੁਸਲਿਮਾਤ।